खालसा वाहिगुरू जी की फतेह। बाबा जी ਸਾਡੇ ਚੈਨਲ ਜੁਝਾਰ ਟਾਈਮ ਗਲੋਬਲ ਨਿਊਜ਼ ਤੇ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ। ਹਾਂਜੀ ਤੁਸੀਂ ਬਾਬਾ ਜੀ ਗੁਰੂ ਦੇ ਲੜ ਲੱਗੇ ਹੋਏ ਆ, ਗ੍ਰੰਥੀ ਵੀ ਹੋ, ਕਥਾਵਾਚਕ ਵੀ ਹੋ। ਜਿਹੜੀ ਆਪਣੀ ਗੁਰੂ ਗ੍ਰੰਥ ਸਾਹਿਬ ਦੀ ਕਥਾ ਵਿਆਖਿਆ ਪ੍ਰਾਚੀਨ ਦੀ ਵਿਆਖਿਆ ਤੇ ਅੱਜ ਦੀ ਵਿਆਖਿਆ ਨੂੰ ਲੈ ਕੇ ਕਿਸ ਤਰ੍ਹਾਂ ਲੈਂਦੇ ਹੋ? ਹਾਂਜੀ ਇਸ ਤਰ੍ਹਾਂ ਹੈ ਵੀ ਗੁਰਬਾਣੀ ਜਿਹੜੀ ਹੈ ਨਾ, ਇਹ ਜੇ ਤੇ ਵਿਆਕਰਨ ਦੇ ਅਨੁਸਾਰ ਵਿਚਾਰੀਏ ਤੇ ਉਹ ਕਿਤੇ ਵੀ ਭੁਲੇਖਾ ਜਾਂ ਟਿਪ ਟਪਲਾ ਨਹੀਂ ਲੱਗਦਾ। ਜਿਹੜੇ ਪ੍ਰਾਚੀਨ ਵਿਆਖਿਆਕਾਰ ਸੀ, ਜਿਵੇਂ ਟਕਸਾਲਾਂ ਵਿੱਚੋਂ ਆਏ, ਡੇਰੇਦਾਰੀਆਂ ਵਿੱਚੋਂ ਆਏ, ਉਹ ਵਿਆਖਿਆ ਗੁਰਬਾਣੀ ਦੀ ਘੱਟ ਕਰਦੇ ਸੀ ਤੇ ਕੱਚ ਮੱਚ ਕਥਾ ਕਹਾਣੀਆਂ ਬਹੁਤ ਜੋੜਦੇ ਸੀ। ਹਰ ਇੱਕ ਤੁਕ ਨਾਲ ਉਹਨਾਂ ਨੇ ਕਥਾ ਜੋੜ ਕੇ ਬਿਆਨ ਕਰਨੀ ਹੈ। ਜਦੋਂ ਕੋਈ ਕਹਾਣੀ ਆਪਾਂ ਗੁਰਬਾਣੀ ਨਾਲ ਜੋੜਦੇ ਹਾਂ, ਉਦੋਂ ਬਾਣੀ ਦਾ ਸਹੀ ਭਾਵ ਅਰਥ ਲੁਪਤ ਹੋ ਜਾਂਦਾ ਹੈ, ਉਹ ਲੁਕ ਜਾਂਦਾ ਹੈ। ਜਿਹੜਾ ਗੁਰਬਾਣੀ ਦਾ ਸਹੀ ਸਨੇਹ ਹੈ ਨਾ, ਉਹ ਵੀ ਇੱਕ ਪਾਸੇ ਹੋ ਜਾਂਦਾ ਹੈ। ਜਿਵੇਂ ਤੁਕ ਆਉਂਦੀ ਸੁਖੀ ਬਸੇ ਮਸਕੀਨੀਆਂ ਆਪ ਨਿਵਾਰ ਤਲੇ, ਉਹਦਾ ਭਾਵ ਜਿਹੜਾ ਨਿਮਰਤਾ ਵਿੱਚ ਰਹਿੰਦਾ ਸੁਖੀ ਰਹਿੰਦਾ, ਜਿਹੜਾ ਨਿਮ ਕੇ ਚੱਲਦਾ ਸੁਖੀ ਰਹਿੰਦਾ। ਅਤੇ ਬੜੇ ਬੜੇ ਹੰਕਾਰੀਆ ਨਾਨਕ ਗਰਭ ਗਲੇ, ਇਹਨਾਂ ਨੇ ਕਹਾਣੀ ਜੋੜਤੀ ਵੀ ਇੱਕ ਭਲਵਾਨ ਸੀ ਅਤੇ ਉਹਦੇ ਘਰ ਪ੍ਰਾਹੁਣੇ ਆਏ, ਸੰਤ ਆਏ ਅਤੇ ਉੱਧਰ ਛਿੰਝ ਲੱਗੀ ਸੀ, ਨਾ ਭਲਵਾਨਾਂ ਦੀ ਛਿੰਝ ਲੱਗੀ ਸੀ ਅਤੇ ਉਹਨੇ ਆਖਿਆ ਜਿਹੜਾ ਜਿੱਤੇਗਾ ਉਹਨੂੰ ਇੰਨਾ ਨਾਮ ਦੇਵਾਂਗੇ। ਉਹ ਗਰੀਬ ਜਿਹਾ ਸਿੱਖ ਜਿਹੜਾ ਉਹ ਸੋਚਦਾ ਵੀ ਮੇਰੇ ਕੋਲ ਤਾਂ ਇੰਨੀ ਕੋਈ ਤਾਕਤ ਨਹੀਂ ਦਾਨ ਪੁੰਨ ਕਰਨ ਦੀ, ਪ੍ਰਸ਼ਾਦਾ ਛਕਾਉਣ ਦੀ, ਚਲੋ ਮੈਂ ਅੱਜ ਅਖਾੜੇ ਵਿੱਚ ਜਾ ਕੇ ਨਾ ਕੁਸ਼ਤੀ, ਇੱਕ ਕਹਾਣੀ ਜੋੜੀ ਉਹਨਾਂ ਨੇ ਵੀ ਕੁਸ਼ਤੀ ਲੜਾਂਗਾ, ਜੇ ਢਹਿ ਗਿਆ ਤਾਂ ਵੀ ਅੱਧ ਪਚੱਧ ਮਿਲ ਜਾਏਗਾ, ਜੇ ਮੈਂ ਢਾਹ ਗਿਆ ਤਾਂ ਵੀ ਮੈਨੂੰ ਕੁਝ ਨਾ ਕੁਝ ਮਿਲੇਗਾ, ਮੈਂ ਸੇਵਾ ਕਰ ਲਾਂਗਾ। ਉਹ ਜਾਂਦਾ, ਜਦੋਂ ਭਲਵਾਨ ਦੇ ਨਾਲ ਘੁਲਦਾ ਅਤੇ ਭਲਵਾਨ ਪੁੱਛਦਾ ਤੂੰ ਉੱਥੇ ਮੜਵਾ ਜਾਏ, ਬਿਲਕੁਲ ਤੂੰ ਤਾਂ ਮੇਰੀ ਚਾਲ ਚੱਲਣੀ ਨਹੀਂ, ਤਾਂ ਕੀ ਚੱਕਰ ਕੀ ਹੈ, ਤੈਨੂੰ ਕੋਈ ਮਜਬੂਰੀ ਹੈ? ਕਹਿਣ ਲੱਗਾ ਮੇਰੇ ਘਰ ਕੋਈ ਸਾਧੂ ਜਨ ਗੁਰਮੁਖ ਪਿਆਰੇ ਆਏ ਨੇ, ਮੈਂ ਲੰਗਰ ਛਕਾਉਣਾ ਹੈ, ਤਾਂ ਕਰਕੇ ਮੈਂ ਸੋਚਿਆ ਜੇ ਢਹਿ ਗਿਆ ਤਾਂ ਵੀ ਕੁਝ ਮਿਲ ਜਾਏਗਾ, ਢਾਹ ਗਿਆ ਤਾਂ ਫਿਰ ਢਾਹ ਤਾਂ ਮੈਂ ਸਕਣਾ ਹੀ ਨਹੀਂ। ਉਹ ਫਿਰ ਭਲਵਾਨ ਢਹਿ ਜਾਂਦਾ, ਮਸਕੀਨੀਆ ਉਹਦਾ ਨਾਂ ਹੈ। ਭਲਵਾਨ ਦਾ ਨਾਮ ਮਸਕੀਨੀਆ ਨਹੀਂ ਸੀ, ਕਹਾਣੀ ਜੋੜ ਦਿੱਤੀ ਅਤੇ ਉੱਥੇ ਫਿਰ ਗੁਰੂ ਸਾਹਿਬ ਦੇ ਮੂੰਹ ਕਢਾਇਆ ਸੁਖੀ ਬਸੇ ਮਸਕੀਨੀਆਂ ਆਪ ਨਿਵਾਰ ਤਲੇ। ਉਹ ਢਹਿ ਗਿਆ ਅਤੇ ਉਹਨੂੰ ਗੁਰੂ ਸਾਹਿਬ ਸ਼ਾਬਾਸ਼ ਦਿੰਦੇ ਨੇ। ਇਹਦਾ ਅਰਥ ਇਹ ਨਹੀਂ ਹੈ। ਮਸਕੀਨੀਆ ਦਾ ਅਰਥ ਹੈ ਹਲੀਮੀ ਵਿੱਚ ਰਹਿਣਾ, ਨਿਮਰਤਾ ਵਿੱਚ ਰਹਿਣਾ, ਗਰੀਬੀ ਭਾਵ ਵਿੱਚ ਰਹਿਣਾ। ਦੂਸਰੀ ਗੱਲ ਇਹ ਵਿਆਕਰਨ ਜਿਹੜੀ ਹੈ, ਇਹ ਪ੍ਰੋਫੈਸਰ ਸਾਹਿਬ ਸਿੰਘ ਦੇ ਬਾਰੇ ਕਹਿੰਦੇ ਨੇ ਵੀ ਉਹਨੇ ਵਿਆਕਰਨ ਲਿਆਂਦੀ। ਉਹਦਾ ਵਿਰੋਧ ਵੀ ਬੜਾ ਕੀਤਾ ਇਹਨਾਂ ਟਕਸਾਲੀਆਂ ਨੇ, ਡੇਰੇਦਾਰਾਂ ਨੇ। ਪ੍ਰੋਫੈਸਰ ਸਾਹਿਬ ਸਿੰਘ ਕਹਿਣ ਲੱਗਾ ਵਿਆਕਰਨ ਪਾਣਨੀ ਨੇ ਬਣਾਈ ਸੀ, ਕਿਉਂਕਿ ਇਹ ਸੰਸਕ੍ਰਿਤੀ ਵਿੱਚੋਂ ਨਿਕਲਦੀ ਸ਼ੁੱਧ ਵਿਆਕਰਨ ਜਿਹੜੀ ਹੈ। ਅਤੇ ਉਹ ਭਾਈ ਕਾਹਨ ਸਿੰਘ ਨੇ ਵੀ ਵਿਆਕਰਨ ਜਿਹੜੀ ਦਿੱਤੀ ਹੈ ਆਪਣੇ ਮਾਨਕੋਸ਼ ਦੇ ਵਿੱਚ ਬੜੇ ਸੋਹਣੇ ਤਰੀਕੇ ਦੇ ਨਾਲ। ਤੋ ਬਾਣੀ ਦੇ ਵਿੱਚ ਜ਼ਿਕਰ ਵੀ ਹੁੰਦਾ ਹੈ, ਗੁਣ ਗਾਵੇ ਮਨ ਬਿਆਸ ਜਿਨ ਵੇਦ ਵਿਆਕਰਨ ਵਿਚਾਰਿਆ। ਗੁਰਬਾਣੀ ਜਿਹੜੀ ਵਿਆਕਰਨ ਹੈ, ਧਿਆਨ ਦੇਣਾ, ਮੈਂ ਥੋੜ੍ਹਾ ਜਿਹਾ ਟਾਈਮ ਹੈ, ਐਡਾ ਲੰਮਾ ਟਾਈਮ ਨਹੀਂ। ਗੁਰਬਾਣੀ ਵਿੱਚ ਜਿਹੜੀ ਸਿਹਾਰੀ ਹੈ, ਇਹ ਸਭ ਤੋਂ ਜ਼ਿਆਦਾ ਅਰਥ ਕਰਦੀ ਹੈ। ਸਿਹਾਰੀ ਵਿੱਚ ਦੀ ਵਾਚਕ ਵੀ ਆਉਂਦੀ ਹੈ, ਉੱਤੇ ਦੀ ਵਾਚਕ ਵੀ ਆਉਂਦੀ ਹੈ, ਸਿਹਾਰੀ ਬਹੁਵਚਨ ਵੀ ਹੁੰਦੀ ਹੈ, ਸਿਹਾਰੀ ਨਾਲ ਦੀ ਵਾਚਕ ਵੀ ਆਉਂਦੀ ਹੈ, ਸਿਹਾਰੀ ਇਸਤਰੀ ਲਿੰਗ ਆਮ ਕਰਕੇ ਵੀ ਆਉਂਦੀ ਹੈ। ਪਰ ਇੱਕ ਸ਼ਬਦ ਆਉਂਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਵਿਆਕਰਨ ਜਿਹੜਾ ਹੈ ਇਹ ਨੇ ਦਾ ਅਤੇ ਕੇ ਦਾ ਵਾਚਕ ਵੀ ਬੜੀ ਹੁੰਦੀ ਹੈ। ਸਿਹਾਰੀ ਇੱਕ ਸ਼ਬਦ ਆਉਂਦਾ ਗੁਰਮੁਖ ਜਨਕ ਹਰ ਨਾਮ ਲਿਵਲਾਈ, ਗੁਰਮੁਖ ਜਨਕ ਹਰ ਨਾਮ ਲਿਵਲਾਈ। ਇੱਕ ਸੰਤ ਇੱਧਰ ਲੋਲੋਵਾਲ, ਉਹ ਐਸੀ ਤਾਂ ਪੜ੍ਹਿਆ ਲਿਖਿਆ ਫਿਰ ਚੰਗੀ ਵਿਚਾਰ ਸੀ ਉਹਦੀ। ਜਦੋਂ ਵਿਆਕਰਨ ਨੂੰ ਪਿੱਛੇ ਰੱਖ ਕੇ ਉਹਨੇ ਅਰਥ ਕੀਤੇ, ਉਹ ਕਹਿੰਦਾ ਵੀ ਤਿੰਨ ਹੀ ਗੁਰਮੁਖ ਹੋਏ ਨੇ ਜਗਤ ਵਿੱਚ, ਸੰਸਾਰ ਵਿੱਚ ਤਿੰਨ ਗੁਰਮੁਖ, ਪ੍ਰਹਲਾਦ, ਵਸ਼ਿਸ਼ਟ ਅਤੇ ਜਨਕ। ਹੁਣ ਇਹ ਗੁਰਮੁਖ ਜਿਹੜਾ ਹੈ ਵਿਸ਼ਲੇਸ਼ਣ ਨਹੀਂ ਹੈ ਇਹਦਾ ਜਨਕ ਦਾ, ਜਨਕ ਵੱਖਰਾ ਹੈ ਅਤੇ ਗੁਰਮੁਖ ਵੱਖਰਾ ਹੈ। ਉਹਨੇ ਦੋਨੇ ਇਕੱਠੇ ਕਰ ਦਿੱਤੇ ਵੀ ਜਨਕ ਗੁਰਮੁਖ ਹੈ, ਵਸ਼ਿਸ਼ਟ ਗੁਰਮੁਖ ਹੈ। ਇਸ ਤਰ੍ਹਾਂ ਨਹੀਂ ਸੀ। ਅਸਲੀ ਇਹ ਜਨਕ ਕੱਕੇ ਨੂੰ ਸਿਹਾਰੀ ਲੱਗੀ ਹੋਈ ਹੈ, ਪ੍ਰਹਲਾਦ ਦੇ ਦੱਦੇ ਨੂੰ ਸਿਹਾਰੀ ਲੱਗੀ ਹੋਈ ਹੈ, ਵਸ਼ਿਸ਼ਟ ਦੇ ਟੈਂਕੇ ਨੂੰ ਸਿਹਾਰੀ ਲੱਗੀ ਹੋਈ ਹੈ। ਇਹ ਤਿੰਨ ਸਿਹਾਰੀਆਂ ਨੇ। ਉਹ ਗੁਰੂ ਗ੍ਰੰਥ ਸਾਹਿਬ ਜਦੋਂ ਉਹਨਾਂ ਦਾ ਨਾਂ ਆਉਂਦਾ ਹੈ, ਉਹ ਸਿਹਾਰੀ ਇਕੱਠੀ ਹੁੰਦੀ ਹੈ। ਜਨਕ ਕੱਕੇ ਥੱਲੇ ਔਂਕੜ ਵੀ ਲੱਗਾ ਹੁੰਦਾ, ਮੁਕਤਾ ਵੀ ਹੁੰਦਾ ਹੈ। ਇਸ ਤਰ੍ਹਾਂ ਪ੍ਰਹਲਾਦ ਦੱਦ ਦਾ ਸਿਹਾਰੀ ਇਕੱਠੀ ਹੁੰਦੀ ਹੈ, ਉਹਦਾ ਅਰਥ ਬਦਲ ਜਾਂਦਾ ਹੈ ਜਨਕ ਹੀ, ਪਰ ਉਹ ਕੇ ਦੀ ਵਾਚਕ ਬਣ ਗਏ ਸਿਹਾਰੀ। ਜਨਕ ਨੇ ਗੁਰੂ ਵੱਲ ਮੂੰਹ ਕਰਕੇ ਲਿਵ ਲਾਈ, ਉਹ ਜਨਕ ਗੁਰਮੁਖ ਨਹੀਂ ਹੈ। ਗੁਰਮੁਖ ਜਨਕ ਹਰ ਨਾਮ ਲਿਵ ਲਾਈ, ਗੁਰਮੁਖ ਵਸ਼ਿਸ਼ਟ ਹਰ ਉਪਦੇਸ਼ ਸੁਣਾਈ। ਗੁਰੂ ਵੱਲ ਮੂੰਹ ਕਰਕੇ ਵਸ਼ਿਸ਼ਟ ਨੇ, ਉਹ ਨੇ ਦੀ ਵਾਚਕ ਹੈ ਸਿਹਾਰੀ, ਅਤੇ ਉਸ ਨੇ ਉਪਦੇਸ਼ ਸੁਣਾਇਆ। ਗੁਰਮੁਖ ਪ੍ਰਹਲਾਦ ਜਪ ਹਰ ਗਤ ਪਾਈ, ਪ੍ਰਹਲਾਦ ਨੇ। ਜਦੋਂ ਪ੍ਰਹਲਾਦ ਦੇ ਦੱਦੇ ਨੂੰ ਸਿਹਾਰੀ ਲੱਗ ਜਾਏਗੀ ਤਾਂ ਉਹ ਨੇ ਦੀ ਵਾਚਕ ਬਣ ਜਾਂਦੀ ਹੈ। ਜਦੋਂ ਨਾਨਕ ਕੱਕੇ ਨੂੰ ਸਿਹਾਰੀ ਲੱਗ ਜਾਂਦੀ ਹੈ, ਉਹ ਕੇ ਦੀ ਵਾਚਕ ਬਣ ਜਾਂਦੀ ਹੈ, ਨਾਨਕ ਨੇ ਦੀ ਵਾਚਕ ਬਣ ਜਾਂਦੀ ਹੈ। ਇਸੇ ਤਰ੍ਹਾਂ ਗੁਰਬਾਣੀ ਜਿਹੜੀ ਹੈ ਸਭ ਤੋਂ ਜ਼ਿਆਦਾ ਸਿਹਾਰੀ, ਜਾਂ ਕਹਿ ਲਓ ਬਈ ਸੱਤ ਜਿਹੜਾ ਸ਼ਬਦ ਹੈ, ਮੈਂ ਇਹਦੇ 'ਤੇ ਕਿਤਾਬ ਲਿਖ ਰਿਹਾ ਵਾਂ। ਸੱਤ ਸ਼ਬਦ ਮੈਂ 27 ਅਰਥ ਕੀਤੇ ਨੇ। ਸੱਤ ਦਾ ਅਰਥ ਹੁੰਦਾ ਹੈ ਹੋਂਦ ਵਾਲਾ, ਸਦੀਵੀ, ਸਦਾ, ਉਹ ਤੱਤੇ ਨੂੰ ਸਿਰ ਲੱਗੀ ਰਹਿੰਦੀ ਹੈ। ਅਤੇ ਸੱਤ ਦਾ ਅਰਥ ਜਦੋਂ ਔਂਕੜ ਲੱਗ ਜਾਏ, ਉਦੋਂ ਜਿਹੜਾ ਨਾਲ ਦਾ ਅਤੇ ਜਿਹੜਾ ਸੰਬੰਧਕ ਉਹਦੇ ਵੀ ਔਂਕੜ ਹੁੰਦਾ ਹੈ।
ਸੁਣਿਆ ਸਤ ਸੰਤੋਖ ਗਿਆਨ। ਇੱਥੇ ਸਤ ਦਾ ਅਰਥ ਹੈ ਦਾਨ ਪੁੰਨ। ਜਦੋਂ ਸਤ ਔਂਕੜ ਆਵੇਗਾ ਨਾ, ਉਹ ਦਾਨ ਪੁੰਨ ਦਾ ਅਰਥ ਆ ਜਾਂਦਾ ਹੈ। ਜਦੋਂ ਹੁਸ਼ਿਆਰੀ ਤੱਤੇ ਨੂੰ ਆ ਜਾਏਗੀ, ਉਹ ਆ ਜਾਏਗੀ ਹੋਂਦ ਵਾਲੀ ਸਦੀਵੀ ਸਦਾ। ਅਤੇ ਜਦੋਂ ਸਤ ਮੁਕਤਾ ਆ ਜਾਏਗਾ, ਉਹ ਫਿਰ ਪ੍ਰੇਮ ਦਾ ਵਾਚਕ ਵੀ ਆ ਜਾਂਦਾ ਹੈ ਅਤੇ ਬਹੁ ਬਚਨ ਆਉਂਦਾ ਹੈ ਸਦਾ ਵਾਸਤੇ। ਜਿਵੇਂ ਸ਼ਬਦ ਹੈ ਧੰਨੇ ਦਾ, ਅਨਾਜ ਮੰਗੋ ਸਤ ਸੀਕਾ, ਉੱਥੇ ਨਾ ਹੁਸ਼ਿਆਰੀ ਹੈ ਨਾ ਔਂਕੜ ਹੈ, ਉਹ ਬਹੁ ਬਚਨ ਹੈ। ਸੱਤਾਂ ਸੀਆਂ ਦਾ, 7 ਵਾਰੀ ਪੈਲੀ ਵਾਹੀਏ, ਇੱਕ ਵਾਰੀ ਪੈਲੀ ਵਾਹੀਏ, 1 ਸੀ 2 3 4, 7 ਵਾਰੀ ਮੇਰੀ ਪੈਲੀ ਨੂੰ ਸੀਆਂ ਲੱਗੀਆਂ ਹੋਣ, 7 ਵਾਰੀ ਵਗੀ ਹੋਵੇ। ਇਸ ਤਰ੍ਹਾਂ ਗੁਰਬਾਣੀ ਵਿਆਕਰਨ ਜਿਹੜੀ ਹੈ, ਇਹਦੇ ਬਿਨਾਂ ਅਰਥ ਨਹੀਂ ਸਪਸ਼ਟ ਹੁੰਦੇ। ਅਤੇ ਜਦੋਂ ਵੀ ਅਰਥ ਕਰੋ, ਗੁਰਬਾਣੀ ਨੂੰ ਨਾਲ ਲੈ ਕੇ ਹੁਸ਼ਿਆਰੀਆਂ ਔਂਕੜ ਮੁਕਤਾ। ਕਈ ਵਾਰੀ ਹੁਸ਼ਿਆਰੀ ਔਂਕੜ ਮੁਕਤਾ ਕੱਟਿਆ ਵੀ ਜਾਂਦਾ ਹੈ, ਉਹ ਅਗਲੇ ਦੇ ਸੰਬੰਧ ਗੀਤ ਕਾਰਨ, ਅਤੇ ਇਹ ਕਈ ਵਾਰੀ ਕੱਟਿਆ ਜਾਂਦਾ, ਉਹਦਾ ਅਰਥ ਹੋ ਹੀ ਰਹਿੰਦਾ ਹੈ। ਅਤੇ ਜਿਵੇਂ ਗੁਰਬਾਣੀ ਦੇ ਵਿੱਚ ਹੁਣ ਕਰਮ ਸ਼ਬਦ ਹੈ, ਕਰਮ ਜਦੋਂ ਕਰਮ ਮੁਕਤਾ ਹੋਵੇਗਾ ਨਾ ਮਾਮਾ, ਉਦੋਂ ਬਹੁਤ ਬਚਨ ਹੁੰਦਾ ਕਈ ਕਰਮ, ਧਾਰਮਿਕ ਕਰਮ, ਕਰਮ ਕਾਂਡ। ਜਦੋਂ ਕਰਮ ਮੰਮੇ ਥਲੇ ਔਂਕੜ ਆ ਜਾਏਗਾ, ਉਹ ਕਿਤੇ ਕਿਤੇ ਮਿਹਰ ਦਾ ਵਾਚਕ ਵੀ ਬਣ ਜਾਂਦਾ ਹੈ। ਕਈ ਵਾਰੀ ਇਹ ਸ਼ਬਦ ਅਰਬੀ ਵਿੱਚੋਂ ਵੀ ਆਉਂਦੇ ਨੇ। ਜਦੋਂ ਅਰਬੀ ਵਿੱਚੋਂ ਕਰਮ ਸ਼ਬਦ ਆਉਂਦਾ ਹੈ, ਉਦੋਂ ਹੁੰਦਾ ਬਖਸ਼ਿਸ਼। ਜਦੋਂ ਕਰਮ ਆਉਂਦਾ ਸੰਸਕ੍ਰਿਤੀ ਵਿੱਚੋਂ, ਉਦੋਂ ਹੁੰਦਾ ਕਰਤਵ ਕੀਤਾ ਹੋਇਆ ਕਰਮ, ਜਿਵੇਂ ਕਿਰਤ ਕਰਮ ਕੇ ਵਿਛੜੇ। ਅਤੇ ਜਦੋਂ ਕਰਮ ਮੈਮੇ ਨੂੰ ਹੁਸ਼ਿਆਰੀ ਲੱਗਦੀ ਹੈ ਨਾ ਕਰਮ, ਉਦੋਂ ਹੁੰਦਾ ਨਾਲ, ਇਹ ਨਾਲ ਦੀ ਵਾਚਕ ਵੀ ਬਣ ਜਾਂਦੀ, ਕਰਮਾਂ ਨਾਲ, ਭਾਗਾਂ ਨਾਲ। ਇਹ ਹੈ ਵਿਆਕਰਨ ਗੁਰਬਾਣੀ ਦੀ। ਇਹਨੂੰ ਮੈਂ ਵਿਚਾਰਦਿਆਂ, ਵੈਸੇ ਤਾਂ ਮੈਂ 80 ਤੋਂ ਲੈ ਕੇ ਲੱਗਾ ਵਿਚਾਰਨ, ਪਰ ਮੈਂ ਸਕੂਲ ਦੀ ਪੜ੍ਹਾਈ ਨਾ ਹੋਣ ਕਰਕੇ ਮੈਂ ਸਫਲ ਘੱਟ ਹੋਇਆ। ਪਰ ਮੈਂ ਮਿਹਨਤ ਬੜੀ ਕੀਤੀ, ਬਹੁਤ ਵਾਰੀ ਬਾਰ-ਬਾਰ ਮੈਂ ਵਿਆਕਰਨ ਪੜ੍ਹੀ। ਅਤੇ ਇੱਕ ਬਾਪੂ ਹਜ਼ਾਰਾ ਸਿੰਘ ਸੀ ਸਾਡੇ ਉੱਧਰ ਹਰਿਆਣੇ 'ਚ, ਉਹਨੇ ਮੈਨੂੰ ਵਿਆਕਰਨ ਪੜ੍ਹਾਈ ਵੀ ਫਿਰ ਚੰਗੀ ਤਰ੍ਹਾਂ। ਤਾਂ ਸਾਡੇ ਸੰਤ ਸੀ ਬਾਬਾ ਹਜ਼ਾਰਾ ਸਿੰਘ ਮਹਾਂਪੁਰਸ਼, ਉਹ ਬੜੇ ਮੰਨੇ ਹੋਏ ਮਹਾਂਪੁਰਸ਼ ਸੀ ਅਤੇ ਬੜੇ ਚੰਗੇ ਪਾਠੀ ਸੀ, ਵਿਦਵਾਨ। ਮੈਂ ਉਹਨਾਂ ਨੂੰ ਪੁੱਛਿਆ ਇੱਕ ਵਾਰੀ, ਬਾਪੂ ਜੀ ਆਹ ਸ਼ਬਦ ਕਿਵੇਂ ਹੈ? ਗੁਰੂ ਗ੍ਰੰਥ ਸਾਹਿਬ 'ਚ ਇੱਕ ਸ਼ਬਦ ਹੁੰਦਾ ਹੈ, ਰਾਮਚੰਦ ਕੀ ਲਸ਼ਟ ਕਾਜ ਨ ਮਾਰਿਆ ਰੋਗ। ਅਤੇ ਉਹਨਾਂ ਨੇ ਆਪਣੇ ਹਿਸਾਬ ਨਾਲ ਪਾਤਸ਼ਦ ਕਰਕੇ ਅਰਥ ਕੀਤਾ, ਰਾਮਚੰਦ ਕੀ ਸੀਲ ਟਿਕਾ, ਰਾਮਚੰਦ ਕੀ ਲਸ਼ਟ ਕਾ, ਰਾਮਚੰਦ ਦਾ ਡੰਡਾ। ਉਹ ਡੰਡਾ ਭਾਵ ਭਈ ਚੰਗਾ ਰਾਜ ਚਲਾਇਆ। ਰਾਜ ਵੀ ਕਈ ਵਾਰੀ ਜਿੰਨਾ ਚਿਰ ਥੋੜ੍ਹਾ ਬੜੀ ਸਖਤੀ ਨਾ ਵਰਤੀਏ, ਅਤੇ ਰਾਜ ਵਿੱਚ ਗੁੰਡਾਗਰਦੀ ਹੋ ਜਾਂਦੀ ਹੈ, ਲਸ਼ਟਕਾ। ਅਤੇ ਉਂਝ ਉਹਦਾ ਅਰਥ ਹੈ ਲਾਠੀ। ਅਤੇ ਉਹ ਕਹਿਣ ਲੱਗੇ, ਮੈਨੂੰ ਉਹਨਾਂ ਇੱਕ ਸ਼ਬਦ ਵਰਤਿਆ, ਕਹਿਣ ਲੱਗੇ ਕਿਰਿਆ ਨਾਲ ਅਰਥ ਬਦਲ ਜਾਂਦਾ ਹੈ। ਅਤੇ ਕਈ ਵਾਰੀ ਜਿਹੜਾ ਅਰਥ ਹੈ, ਇਹ ਪ੍ਰਕਰਨ ਦੇ ਅਨੁਸਾਰ ਵੀ ਬਦਲ ਜਾਂਦਾ ਹੈ। ਲਫ਼ਜ਼ ਉਹੀ ਹੁੰਦਾ ਹੈ, ਪ੍ਰਕਰਨ ਕੀ ਚੱਲਦਾ ਪਿਆ, ਪ੍ਰਕਰਨ ਦੇ ਨਾਲੋਂ ਬਦਲ ਜਾਂਦਾ। ਫਿਰ ਉਹ ਮਹਾਂਪੁਰਸ਼ ਬੜੇ, ਮੈਂ ਆਖਿਆ ਜੀ ਮੈਨੂੰ ਤਾਂ ਇੰਨਾ ਗਿਆਨ ਨਹੀਂ ਵੀ ਵਿਸ਼ੇਸ਼ਣ ਕੀ ਹੁੰਦਾ ਜਾਂ ਕਿਰਿਆ ਕੀ ਹੁੰਦੀ। ਕਹਿਣ ਲੱਗੇ ਤੁਸੀਂ ਮਿਹਨਤ ਕਰੋ, ਗੁਰਬਾਣੀ ਦੀ ਪੜ੍ਹੋ, ਤੁਹਾਨੂੰ ਆਪਣੇ ਆਪ ਸਮਝ ਆਉਣ ਲੱਗ ਜਾਏਗੀ। ਜਦੋਂ ਤੁਸੀਂ ਧਿਆਨ ਨਾਲ ਪੜ੍ਹੋਗੇ, ਤਵੱਜੋ ਨਾਲ, ਫਿਰ ਤੁਹਾਨੂੰ ਗੁਰਬਾਣੀ ਦੀ ਸਮਝ ਆਉਣ ਲੱਗ ਜਾਏਗੀ। ਗੁਰਬਾਣੀ ਦੀ ਵਿਆਕਰਨ ਬਹੁਤ ਜ਼ਰੂਰੀ ਹੈ। ਵੇਖੋ ਜਦੋਂ ਇਹ ਇਸਤਰੀ ਲਿੰਗ ਆਉਂਦਾ ਹੈ, ਉਦੋਂ ਹੁਸ਼ਿਆਰੀ ਲੱਗ ਕੇ ਆਉਂਦਾ ਆਮ ਕਰਕੇ। ਇੱਕ ਸ਼ਬਦ ਹੈ ਪ੍ਰਧਾਨ। ਇਹ ਜਦੋਂ ਪ੍ਰਧਾਨ ਨੰਨਾ ਮੁਕਤਾ ਹੁੰਦਾ ਨਾ, ਉਦੋਂ ਹੁੰਦਾ ਕਈ ਪ੍ਰਧਾਨ, ਪੰਜ ਪ੍ਰਵਾਨ, ਪੰਜ ਪ੍ਰਧਾਨ, ਬਹੁ ਬਚਨ। ਅਤੇ ਜਦੋਂ ਜਿਵੇਂ ਪੂਰੇ ਤੇ ਪ੍ਰਧਾਨ, ਉਹ ਤੇ ਵੀ ਬਹੁ ਬਚਨ ਹੈ, ਅਤੇ ਉੱਥੇ ਵੀ ਬਹੁ ਬਚਨ ਆਵੇਗਾ। ਕਿਤੇ ਕਿਤੇ ਇਹ ਅਰਥ ਹੁੰਦਾ ਪ੍ਰਧਾਨ ਇੱਕ ਬਚਨ, ਨੰਨੇ ਥੱਲੇ ਔਂਕੜ ਆ ਜਾਂਦਾ ਹੈ, ਇੱਕ ਪ੍ਰਧਾਨ, ਕੋਈ ਬੰਦਾ ਸ਼੍ਰੇਸ਼ਟ ਹੈ ਜਿਹੜਾ। ਕਿਤੇ ਕਿਤੇ ਸ਼ਬਦ ਹੁੰਦਾ ਹੈ ਪ੍ਰਧਾਨ ਨੰਨੇ ਨੂੰ ਹੁਸ਼ਿਆਰੀ, ਉਹ ਉਚਾਰਨ ਵਿੱਚ ਪੁਲਿੰਗ ਹੈ, ਪੁਲਿੰਗ। ਅਤੇ ਉਂਝ ਉਹਨੂੰ ਗੁਰੂ ਸਾਹਿਬ ਨੇ ਹੁਸ਼ਿਆਰੀ ਲਾਈ ਹੋਈ ਹੈ ਵੀ ਇਹ ਪੁਲਿੰਗ ਨਹੀਂ, ਇਸਤਰੀ ਲਿੰਗ ਹੈ। ਮਹਾਰਾਜ ਕਹਿੰਦੇ ਤੂੰ ਸਤਵੰਤੀ, ਤੂੰ ਪ੍ਰਧਾਨ। ਹੁਣ ਇੱਥੇ ਲੱਗੇਗਾ ਪ੍ਰਧਾਨ ਅਤੇ ਪੁਲਿੰਗ ਲੱਗਦਾ ਹੈ, ਪਰ ਨੰਨੇ ਨੂੰ ਹੁਸ਼ਿਆਰੀ ਲੱਗੀ ਹੈ, ਉਹਦਾ ਅਰਥ ਹੈ ਪ੍ਰਧਾਨਣੀ। ਇਸਤਰੀਆਂ ਵਿੱਚ ਤੂੰ ਮਹਾਨ ਇਸਤਰੀ, ਤੂੰ ਸਤਵੰਤੀ, ਤੂੰ ਪ੍ਰਧਾਨ। ਇਹ ਜੀਵ ਇਸਤਰੀਏ, ਤੂੰ ਇਸਤਰੀਆਂ ਵਿੱਚੋਂ ਪ੍ਰਧਾਨਣੀ ਹੈ, ਉੱਤਮ ਹੈ। ਇਸ ਕਰਕੇ ਉਹ ਜਿਹੜੀ ਹੁਸ਼ਿਆਰੀ ਲੱਗੀ ਉਹ ਅਰਥ ਸਹੀ ਕਰਾਉਂਦੀ ਹੈ। ਜੇ ਹੁਸ਼ਿਆਰੀ ਦਾ ਵੱਲ ਧਿਆਨ ਨਾ ਦਈਏ ਅਤੇ ਫਿਰ ਉਹ ਪੁਲਿੰਗ ਕਰਕੇ ਅਰਥ ਕਰਾਂਗੇ। ਪ੍ਰੋਫੈਸਰ ਸਾਹਿਬ ਸਿੰਘ ਨੇ ਇੱਕ ਹੋਰ ਬੜੀ ਚੀਜ਼ ਕਮਾਲ ਦੀ ਦਿੱਤੀ ਕੌਮ ਨੂੰ। ਸਾਡੇ ਕਈ ਵਿਦਵਾਨ ਕਥਾਵਾਚਕ, ਖਾਸ ਕਰਕੇ ਡੇਰਾਵਾਦੀ, ਇਹ ਅਰਥ ਕਰਦੇ ਹੁੰਦੇ ਸੀ ਵੀ ਗੁਰੂ ਸਾਹਿਬ ਆਪਣੇ ਆਪ ਨੂੰ ਇਸਤਰੀ ਰੂਪ ਹੋ ਕੇ ਬਾਣੀ ਉਚਾਰਨ ਕੀਤੀ ਹੈ। ਹਾਂ, ਇਸਤਰੀ ਰੂਪ ਹੋ ਕੇ ਪ੍ਰਮਾਣ ਬੜੇ ਨੇ, ਬਿੰਬ ਬੜੇ ਵਰਤੇ ਨੇ, ਪਰ ਗੁਰੂ ਨੇ ਇਸਤਰੀ ਰੂਪ ਹੋ ਕੇ ਬਾਣੀ ਨਹੀਂ ਉਚਾਰਨ ਕੀਤੀ। ਉਹਨਾਂ ਨੇ ਜਿਹੜਾ ਪ੍ਰਮਾਣ ਦਿੱਤਾ, ਉਹ ਦਿੱਤਾ ਮਹਿਲਾ, ਵੀ ਮਹਿਲਾ ਅਰਥ ਇਸਤਰੀ ਵਾਚਕ ਹੈ, ਇਸਤਰੀ ਲਿੰਗ ਹੈ। ਅਤੇ ਗੁਰੂ ਜੀ ਜਦੋਂ ਕਹਿੰਦੇ ਨੇ ਮਹਿਲਾ ਪਹਿਲਾ, ਮਹਿਲਾ ਦੂਜਾ, ਅਤੇ ਇਸਤਰੀ ਰੂਪ ਹੋ ਕੇ ਗੁਰੂ ਨੇ ਬਾਣੀ ਉਚਾਰਨ ਕੀਤੀ ਹੈ। ਪ੍ਰੋਫੈਸਰ ਸਾਹਿਬ ਸਿੰਘ ਕਹਿਣ ਲੱਗੇ ਜਿਹੜਾ ਸੰਬੰਧ ਕੀ ਹੈ ਨਾ, ਦੂਜਾ, ਪਹਿਲਾ, ਚੌਥਾ, ਪੰਜਵਾਂ, ਇਹ ਗੁਰੂ ਨੇ ਅੱਖਰਾਂ 'ਚ ਵੀ ਪਾਇਆ ਹੋਇਆ ਵੀ ਸਿੱਖ ਭੁਲੇਖਾ ਨਾ ਖਾ ਜਾਣ। ਮਹਿਲਾ ਪਹਿਲਾ, ਪਹਿਲਾ ਅੱਖਰਾਂ 'ਚ ਪਾਤਾ ਪਹਿਲਾ। ਜੇ ਇਹ ਇਸਤਰੀ ਲਿੰਗ ਹੁੰਦਾ, ਇਸਤਰੀ ਰੂਪ ਹੋ ਕੇ ਗੁਰੂ ਜੀ ਬਾਣੀ ਉਚਾਰਨ ਕਰਦੇ, ਫਿਰ ਹੋਣਾ ਸੀ ਮਹਿਲਾ ਪਹਿਲੀ।
ਮਹਿਲਾ ਦੂਜੀ, ਮਹਿਲਾ ਤੀਜੀ, ਮਹਿਲਾ ਪੰਜਵੀਂ, ਇਹ ਮਹਿਲਾ ਚੌਥੀ। ਅੱਖਰਾਂ 'ਚ ਪਹਿਲਾ, ਦੂਜਾ, ਚੌਥਾ, ਪੰਜਵਾਂ, ਇਹ ਪੁਲਿੰਗ ਆ ਗਿਆ, ਸਾਰੇ ਪੁਲਿੰਗ ਆ ਗਿਆ ਨਾ। ਤੇ ਗੁਰੂ ਸਾਹਿਬ ਜਿਹੜੇ ਨੇ ਕਹਿੰਦੇ ਨੇ ਵੀ ਸਰੀਰ ਪਹਿਲਾ, ਪਹਿਲਾ ਸਰੀਰ, ਮਹਿਲਾ ਪਹਿਲਾ ਹੁੰਦਾ ਹੈ, ਪਹਿਲਾ ਸਰੀਰ, ਪਹਿਲੇ ਗੁਰੂ ਨਾਨਕ ਦੀ ਬਾਣੀ। ਮਹੱਲਾ ਦੂਜਾ, ਦੂਜੇ ਗੁਰੂ ਨਾਨਕ ਦੀ ਬਾਣੀ। ਉਹ ਕਿਹੜਾ ਸਰੀਰ? ਆਮ ਸਰੀਰ ਨਹੀਂ, ਉਹ ਜਿਹਦੇ ਵਿੱਚ ਗੁਰੂ ਨਾਨਕ ਦੀ ਜੋਤ ਹਲੂਲ ਹੋਈ ਹੋਵੇ, ਉਹਨੂੰ ਕਹਿੰਦੇ ਨੇ ਮਹਿਲਾ। ਜਿਹਦੇ 'ਚ ਵਾਹਿਗੁਰੂ ਆਪ ਵਰਤਦਾ ਹੋਵੇ। ਮਹਿਲ ਸ਼ਬਦ ਦੇ ਬੜੇ ਅਰਥ ਨੇ। ਮਹਿਲ ਹੁੰਦਾ ਚੁਬਾਰਾ ਵੀ, ਮਹਿਲ ਦਾ ਅਰਥ ਇਸਤਰੀ ਵੀ ਹੁੰਦਾ ਬਹੁਤ ਕਈ ਥਾਈਂ। ਮਹਿਲ ਦਾ ਅਰਥ ਜਿਹੜਾ ਉਹ ਸਰੂਪ ਹੈ, ਨਿਜ ਸਰੂਪ ਪਰਮਾਤਮਾ ਦਾ। ਜਿਵੇਂ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ। ਇਹ ਜਦੋਂ ਮਹਿਲ ਸ਼ਬਦ ਹੁੰਦਾ ਨਾ ਗੁਰਬਾਣੀ 'ਚ, ਕਈ ਵਾਰ ਲੱਲੇ ਨੂੰ ਸਿਹਾਰੀ ਲੱਗੀ ਹੁੰਦੀ ਮਹਿਲ, ਉਹ ਸਿਹਾਰੀ ਦਾ ਅਰਥ ਹੁੰਦਾ ਵਿੱਚ ਦੀ ਵਾਚਕ, ਮਹਿਲ ਵਿੱਚ, ਮਹਿਲ ਦੇ ਅੰਦਰ। ਤੇ ਜਦੋਂ ਸਿਹਾਰੀ ਲੈ ਜਾਂਦੀ ਹੈ ਉਹਦਾ ਆਹ ਫਲਾਣਾ ਮਹਿਲ ਸਰੂਪ ਪਰਮਾਤਮਾ ਦਾ, ਉੱਥੇ ਪੁਲਿੰਗ ਹੁੰਦਾ। ਇਹ ਗੁਰਬਾਣੀ ਦੀ ਜਿਹੜੀ ਵਿਆਖਿਆ ਨਾ, ਜਦੋਂ ਤਰਾਜ ਕੀਤਾ ਇਹਨਾਂ ਨੇ, ਜਿਹੜੇ ਸੀ ਆਮ ਕਈ ਵਿਦਵਾਨ ਬਣੇ ਹੁੰਦੇ ਨੇ, ਬੁੱਧੀਜੀਵੀ ਲਾਲਾ ਜਾਂ ਸੰਪਰਦਾਈ ਲਾਲਾ, ਉਹਨਾਂ ਦਾ ਬੜਾ ਵੱਡਾ ਪਾਪ ਕੀਤਾ ਪ੍ਰੋਫੈਸਰ ਸਾਹਿਬ ਸਿੰਘ ਨੇ। ਕਈਆਂ ਤੇ ਆਖਿਆ ਸਾਡਾ ਦਿਲ ਹੀ ਵਿੰਨ ਦਿੱਤਾ ਤੀਰ ਮਾਰ ਕੇ, ਵਿਆਕਰਨ ਦਾ ਤੀਰ ਮਾਰ ਕੇ। ਉਹ ਫਿਰ ਉਹਦੇ ਘਰ ਇਕੱਠੇ ਹੋ ਕੇ ਜਾਂਦੇ ਨੇ ਤੇ ਉਹ ਕਹਿੰਦੇ ਨੇ ਤੂੰ ਬੜਾ ਗੁਨਾਹ ਕੀਤਾ, ਗੁਰਬਾਣੀ ਹੈ ਇਹ ਤੇ ਮਹਾਂਪੁਰਸ਼ਾਂ ਦੀ ਬਾਣੀ ਹੈ, ਇੱਥੇ ਵਿਆਕਰਨ ਦਾ ਕੀ ਲੋੜ ਹੈ, ਮਹਾਂਪੁਰਸ਼ਾਂ ਦੀ ਬਾਣੀ ਕਿਸੇ ਬੱਝੀ ਨਹੀਂ ਹੁੰਦੀ ਕਿਸੇ ਦੀ। ਉਹ ਕਹਿਣ ਲੱਗਾ ਵੀ ਹਰ ਚੀਜ਼ ਨਿਯਮ 'ਚ ਬੱਝੀ ਹੈ, ਸਾਰਾ ਸੰਸਾਰ ਨਿਯਮ 'ਚ ਬੱਝਿਆ ਹੈ। ਪਰਮਾਤਮਾ ਨੇ ਨਿਯਮ ਬਣਾਇਆ। ਧਰਮ ਦਾ ਅਰਥ ਵੀ ਨਿਯਮ ਹੁੰਦਾ, ਅਸੂਲ। ਕਿਉਂ ਨਹੀਂ ਹੁੰਦਾ? ਉਹ ਕਹਿਣ ਲੱਗਾ ਨਹੀਂ ਤੁਸੀਂ ਬੜੀ ਗਲਤੀ ਕੀਤੀ। ਕਹਿੰਦਾ ਜਿਹੜੀ ਵਿਆਕਰਨ ਹੈ ਨਾ, ਇਹ ਤਾਂ 4 ਸਾਲ ਦਾ ਬੱਚਾ ਵੀ ਜਾਣਦਾ ਹੈ, ਤੁਸੀਂ ਕਿਉਂ ਨਹੀਂ ਜਾਣੀ? ਉਹ ਆਖਣ ਲੱਗੇ ਇਹ ਕਿਵੇਂ ਹੋ ਸਕਦਾ? ਉਹ ਕਹਿੰਦਾ ਉਹ ਮੈਂ ਤੁਹਾਨੂੰ ਵਿਖਾਣਾ। ਉਹਦਾ ਪੋਤਰੀ ਤੇ ਪੋਤਰਾ ਖੇਡ ਰਹੇ ਸੀ ਰਾਹ ਵਿੱਚ। ਪੋਤਰੇ ਦਾ ਨਾਂ ਸੀ ਕਿਰਨਜੀਤ। ਇਹਦੇ ਤੋਂ ਮੈਂ ਆਪਣੀ ਬੇਟੇ ਦਾ ਨਾਂ ਵੀ ਰੱਖਿਆ ਸੀ। ਮੈਂ ਪ੍ਰੋਫੈਸਰ ਸਾਹਿਬ ਸਿੰਘ ਨੂੰ ਬੜਾ ਪੜ੍ਹਿਆ ਫਿਰ। ਤੇ ਉਹ ਜਦੋਂ ਨਿਕਲੇ ਨਾ ਬਾਹਰ, ਤੇ ਪਹਿਲਾਂ ਉਹਨਾਂ ਦਾ ਪੋਤਰਾ ਖੇਡਦਾ ਸੀ ਨੇੜੇ, ਨਾਲ ਉਹਦੇ ਵਿਦਵਾਨ ਨੇ ਪਿੱਛੇ, ਕਹਿੰਦਾ ਆਪਣੇ ਪੋਤਰੇ ਨੂੰ ਉਹ ਇੱਥੇ ਕੀ ਕਰਨੀ ਹੈ? ਉਹ ਅੱਗੋਂ ਦਾ ਬਾਪੂ ਜੀ ਮੈਂ ਕੋਈ ਕੁੜੀ ਥੋੜ੍ਹਾ ਵਾਂ, ਕਰਨੀ ਹੈ। ਉਹਨੂੰ ਵੀ ਇਸਤਰੀ ਲਿੰਗ ਦਾ ਪਤਾ, ਬੱਚੇ ਨੂੰ ਵੀ ਇਹ ਇਸਤਰੀ ਲਿੰਗ ਵਾਚਕ ਸ਼ਬਦ ਹੈ, ਕਰਨੀ ਹੈ। ਅੱਗੇ ਜਦੋਂ ਗੁੱਡੀ ਆਈ ਨਾ ਨੇੜੇ, ਤੇ ਉਹਨੂੰ ਕਹਿਣ ਲੱਗਾ ਸੀ ਕਰਨਾ ਓਏ। ਉਹ ਗੁੱਡੀ ਕਹਿੰਦੀ ਪਾਪਾ ਜੀ ਮੈਂ ਮੁੰਡਾ ਥੋੜ੍ਹਾ ਵਾਂ, ਮੈਂ ਤਾਂ ਕੁੜੀ ਹਾਂ। ਉਹ ਆਂਦਾ ਇਹਨਾਂ ਬੱਚਿਆਂ ਨੂੰ ਪਤਾ ਪੁਲਿੰਗ ਕੀ ਹੁੰਦਾ ਤੇ ਇਸਤਰੀ ਲਿੰਗ ਕੀ ਹੁੰਦਾ ਹੈ, ਤੁਸੀਂ ਤਾਂ ਪੜ੍ਹੇ ਲਿਖੇ ਹੋ, ਤੁਸੀਂ ਤਾਂ ਵਿਦਵਾਨ ਖਾਂਦੇ ਹੋ ਆਪਣੇ ਆਪ ਨੂੰ। ਇਸ ਕਰਕੇ ਬਾਣੀ ਜਿਹੜੀ ਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਇਹ ਵਿਆਕਰਨ ਤੋਂ ਬਿਨਾਂ ਨਹੀਂ ਵਿਚਾਰੇ ਜਾਂਦੀ। ਜੇ ਕਿਤੇ ਹੋਰ ਟਾਈਮ ਲੱਗਾ ਆਪਣਾ, ਜਿਹੜੀ ਮੈਂ ਕਿਤਾਬ ਲਿਖੀ ਹੈ ਉਹ ਮੈਂ ਤੁਹਾਡੇ ਸਾਹਮਣੇ ਇੱਕ ਤਾਂ ਉਹਨਾਂ ਦੀ ਫੋਟੋ ਸਟੇਟ ਨਾਲ ਕਰਕੇ ਦਿਆਂਗਾ ਵੀ ਵੇਖੋ ਕਿੰਨੇ ਸ਼ਬਦ ਨੇ, ਤੇ ਸਿਹਾਰੀ ਨਾਲ ਕਿਵੇਂ ਅਰਥ ਬਦਲਦਾ ਹੈ, ਔਂਕੜ ਨਾਲ ਕਿਵੇਂ ਅਰਥ ਬਦਲਦਾ ਹੈ, ਬਹੁਵਚਨ ਕਿਵੇਂ ਹੁੰਦਾ ਹੈ। ਇੱਕ ਆਪਣੀ ਅਰਦਾਸ ਦੇ ਅੰਦਰ ਲਿਖਿਆ ਗਿਆ ਵਾ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਹਾਂਜੀ ਹਾਂਜੀ ਹਾਂਜੀ। ਤਾਂ ਬਹੁਤੇ ਗੁਰਸਿੱਖੀ ਦੇ ਨਾਲ ਲੱਗ ਕੇ ਵੀ ਸ਼ਾਇਦ ਇਸ ਚੀਜ਼ ਤੋਂ ਦੂਰ ਨਹੀਂ ਗਏ ਅੱਜ ਦੀ ਜਨਤਾ। ਉਹਨਾਂ ਗੁਰੂ ਗ੍ਰੰਥ ਸਾਹਿਬ ਪੜ੍ਹੇ ਨਹੀਂ, ਦਰਸ਼ਨ ਨਹੀਂ ਕੀਤੇ ਅਜੇ ਤੱਕ। ਬਾਹਰ ਸ਼ਾਇਦ ਮੱਥਾ ਟੇਕਦੇ ਰਹਿਣਗੇ ਉਰਾਂ ਪਰਾਂ, ਕਈ ਵਾਰ ਤਾਂ ਅੰਦਰ ਦਰਬਾਰ ਸਾਹਿਬ ਵੀ ਨਹੀਂ ਜਾਂਦੇ, ਨਿਸ਼ਾਨ ਸਾਹਿਬ ਨੂੰ ਮੱਥਾ ਟੇਕ ਕੇ। ਹਾਂਜੀ ਹਾਂਜੀ, ਉਹ ਤਾਂ ਇੱਕ ਸ਼ਬਦ ਹੈ ਮਹਾਰਾਜ ਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਸਤਿਗੁਰੂ ਨੂੰ ਸਭ ਕੋ ਵੇਖਦਾ। ਬਥੇਰੇ ਵੇਖਦੇ ਨੇ, ਵਾਲਾ ਚੁੱਕ ਚੁੱਕ ਵੀ ਦਰਸ਼ਨ ਕਰਦੇ ਨੇ। ਤੇ ਸਤਿਗੁਰੂ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਬਾਣੀ 'ਚ ਵਿਚਾਰ ਪਾਈਏ। ਬਾਣੀ ਦੇ ਥਾਲ ਵਿੱਚ ਸਤ ਸੰਤੋਖ ਵਿਚਾਰੋ, ਥਾਲ ਵਿੱਚ ਤਿੰਨ ਵਸਤੂ ਪਈਓ, ਹਾਲੀ ਹਿਰਦੇ ਥਾਲ ਦਾ ਵੀ ਅਰਥ ਰੱਖਦੀ ਬਾਣੀ। ਇਸ ਕਰਕੇ ਵੱਡਾ ਜਿਹੜਾ ਦੁਖਾਂਤ ਹੈ ਨਾ, ਉਹ ਬਾਣੀ ਵਿਚਾਰੀ ਨਹੀਂ ਗਈ। ਬਾਣੀ ਦੇ ਆਪਾਂ ਵਿਚਾਰਿਆਂ ਨੇ ਸਮਝਿਆ ਨਹੀਂ ਗੁਰਬਾਣੀ ਨੂੰ। ਜੇ ਸਮਝਿਆ ਥੋੜ੍ਹਾ ਬਾਲਾ ਤੇ ਫਿਰ ਅਸੀਂ ਸਾਡੇ ਵਰਗੇ ਉੱਤੇ ਚੱਲੇ ਹੀ ਨਹੀਂ। ਗੱਲਾਂ ਵੇਖੋ ਮੈਂ ਵੀ ਕਰਦਾ ਬਥੇਰੀਆਂ, ਅਰਥ ਵੀ ਕਰ ਜਾਵਾਂਗਾ, ਪਰ ਜਿੰਨਾ ਚਿਰ ਉਹ ਦੈਵੀ ਗੁਣ ਅੰਦਰ ਨਹੀਂ ਟਾਲੇ, ਬਾਣੀ ਦੇ ਅਨੁਸਾਰ ਜੀਵਨ ਨਹੀਂ ਬਤੀਤ ਕੀਤਾ, ਸਾਡੇ ਵਿੱਚੋਂ ਵਕਾਰ ਜਾਂ ਔਗਣ ਨਹੀਂ ਜਿੰਨਾ ਚਿਰ ਨਿਕਲੇ, ਉਹਨਾਂ ਚਿਰ ਨਾਮ ਫਲੀਭੂਤ ਨਹੀਂ ਹੁੰਦਾ। ਜਿਹੜਾ ਸਿੱਖ ਗੁਰਬਾਣੀ ਸਮਝ ਗਿਆ ਉਹ ਕਿਸੇ ਪਖੰਡੀ ਸਾਧ ਦੇ ਪਿੱਛੇ ਕਦੀ ਨਹੀਂ ਲੱਗੇਗਾ। ਜਿਹੜਾ ਗੁਰਬਾਣੀ ਸਮਝ ਗਿਆ ਉਹ ਕਦੀ ਵੀ ਭੁਲੇਖਾ ਭਰਮ ਜਾਂ ਭਟਕੇਗਾ ਨਹੀਂ ਕਦਾਚਿਤ ਵੀ। ਮੇਰੇ ਇੱਕ ਮਿੱਤਰ ਨੇ ਸਰਦਾਰ ਤਰਲੋਚਨ ਸਿੰਘ ਜੀ ਸ਼ੇਰਗੜ੍ਹ, ਤੇ ਉਹ ਲੜੀਵਾਰ ਕਥਾ ਸੁਣਦੇ ਹੁੰਦੇ ਸੀ ਆ ਕੇ। ਉਹ ਕਦੀ ਨਾਗਾ ਘੱਟ ਹੀ ਪਾਉਂਦੇ ਸੀ। ਤੇ ਮੈਂ ਇੱਕ ਦਿਨ ਵਿਆਖਿਆ ਕੀਤੀ ਵੀ ਬਾਣੀ ਦਾ ਮੱਧ ਨਹੀਂ ਹੁੰਦਾ, ਗੁਰੂ ਗ੍ਰੰਥ ਸਾਹਿਬ ਦਾ ਮੱਧ ਨਹੀਂ ਕਿਤੇ ਵੀ। ਉਂਝ ਮੱਧ ਲਾਉਂਦੇ ਨੇ, ਤੇ ਉੱਥੇ ਇੱਕ ਸ਼ਬਦ ਵਰਤਦੇ ਨੇ, ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਇਹ 705 ਅੰਗ 'ਤੇ ਆਉਂਦਾ ਹੈ। ਉਹਨਾਂ ਦੇ ਘਰ ਅਖੰਡ ਪਾਠ ਸਾਹਿਬ ਸੀ। ਉਹ ਦੇਖੋ ਸੁਣਨ ਨਾਲ ਬਾਣੀ ਨੂੰ ਟਿਕ ਕੇ ਕਿੱਡਾ ਵੱਡਾ ਤਬਦੀਲੀ ਆਉਂਦੀ ਹੈ। ਬੜੇ ਸੂਝਵਾਨ ਨੇ ਭਾਈ ਤਰਲੋਚਨ ਸਿੰਘ ਜੀ ਤੇ ਵਿਚਾਰਵਾਨ ਨੇ। ਤੇ ਜਦੋਂ ਉਹਨਾਂ ਦੇ ਘਰ ਅਖੰਡ ਪਾਠ ਸੀ, ਮੈਂ ਮੱਧ ਦੀ ਅਰਦਾਸ ਕੀਤੀ ਤੇ ਮੇਰੇ ਮੂੰਹ 'ਚ ਸ਼ਬਦ ਨਿਕਲ ਗਿਆ, ਮੱਧ ਦੀ ਅਰਦਾਸ। ਮੈਨੂੰ ਕਹਿਣ ਲੱਗੇ ਤੁਸੀਂ ਆਪ ਵੀ
ਮੈਂ ਕਿਹਾ ਇਹ ਤਾਂ ਗੱਲ ਮੂੰਹ ਚੜੀ ਏ, ਇਹ ਗੱਲ। ਕਹਿੰਦਾ ਫਿਰ ਇਹਦਾ ਕੀ ਮਤਲਬ? ਮੈਂ ਕਿਹਾ ਜਿੱਥੇ ਗੁਰੂ ਸਾਹਿਬ ਜਾਂਦੇ ਨੇ, ਅਖੰਡ ਪਾਠ ਟਿਕਦਾ ਹੈ, ਉੱਥੇ ਨਿਤਨੇਮ ਦੀ ਅਰਦਾਸ ਹੁੰਦੀ ਹੈ, ਮੱਧ ਹੀ ਨਹੀਂ ਹੁੰਦੀ, ਨਾਲੇ ਗਿਆਨ ਦਾ ਮੱਧ ਨਹੀਂ ਹੁੰਦਾ। ਇਹ ਜਿਹੜੇ 3 ਲਫ਼ਜ਼ ਇਕੱਠੇ ਨੇ, ਇਹਦੇ ਉਲਟ ਆਪਾਂ ਜਾ ਰਹੇ ਹਾਂ। ਵੇਖੋ ਬਾਣੀ ਦੇ ਉਲਟ ਜਾ ਰਹੇ ਹਾਂ। ਬਾਣੀ ਹੋਰ ਕਹਿ ਰਹੀ, ਕਰਦੇ ਹੋਰ ਆ। ਉਹਦੇ ਵਿੱਚ ਆਉਂਦਾ ਆਦਿ ਪੂਰਨ। ਵਾਹਿਗੁਰੂ ਪਹਿਲਾਂ ਵੀ ਪਰਿਪੂਰਨ ਸੀ, ਉਹਦੇ ਫਿਰ ਆਦ ਵੀ ਆ ਗਿਆ ਨਾ ਉੱਥੇ, ਤੇ ਮੱਧ ਪੂਰਨ ਮੱਧ ਵੀ ਆ ਗਿਆ, ਤੇ ਅੰਤ ਪੂਰਨ ਪਰਮੇਸ਼ਰ ਉੱਥੇ, ਤੇ ਅੰਤ ਵੀ ਆ ਗਿਆ। ਉੱਥੇ ਤਾਂ ਤਿੰਨੇ ਗੱਲਾਂ ਇਕੱਠੀਆਂ ਆ ਗਈਆਂ ਨਾ। ਜਿਵੇਂ ਆਦ ਸੱਚ, ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ ਭੀ ਸੱਚ। ਇਹ ਹੁੰਦਾ ਜਿਨ੍ਹਾਂ ਦੇ ਘਰ ਗੁਰੂ ਗ੍ਰੰਥ ਸਾਹਿਬ ਜਾਂਦੇ ਨੇ ਨਾ, ਉਹਨਾਂ ਦੇ ਘਰ ਅੰਮ੍ਰਿਤ ਵੇਲੇ ਸੰਗਤ ਜੁੜਦੀ ਸੀ ਪਹਿਲਾਂ ਬੜੀ, ਅੱਜ ਕੱਲ੍ਹ ਨਹੀਂ ਜੁੜਦੀ। ਅੰਮ੍ਰਿਤ ਵੇਲੇ ਖੂਬ ਲੋਕਾਂ ਨੇ ਜਾ ਕੇ ਪਾਠ ਸੁਣਨਾ, ਵੀ ਪਾਠ ਚੱਲਦਾ, ਅਖੰਡ ਪਾਠ ਸੁਣਨੇ ਆ। ਫਿਰ ਲੋਕ ਸੋਚਦੇ ਸੀ, ਸਿਆਣੇ ਗੁਰਮੁਖ ਮੱਧ ਅੰਮ੍ਰਿਤ ਵੇਲੇ ਉਹ ਇਹ ਅਰਦਾਸ ਕਰਦੇ ਸੀ, ਮਾਰੇ 8 ਪਰ ਹੋ ਗਏ ਨੇ ਬਾਣੀ ਪੜ੍ਹਦੇ ਆ, ਇਹ ਤੁਹਾਡੀ ਕਿਰਪਾ ਹੈ, ਆਉਣ ਵਾਲੇ 8 ਪਰ ਵੀ ਇਸ ਤਰ੍ਹਾਂ ਕਿਰਪਾ ਕਰਿਓ, ਨਿਰਵਿਘਨ ਪਾਠ ਚੱਲਦਾ ਰਹੇ, ਪਾਠੀਆਂ ਦੀ ਸੁਰਤੀ ਬਿਰਤੀ ਟਿਕੀ ਰਹੇ, ਘਰ ਵਾਲੇ ਸੇਵਾ ਕਰਨ। ਤੋ ਇਸ ਕਰਕੇ ਜਦੋਂ ਕੋਈ ਸੁਣਦਾ ਨਾ ਬਾਣੀ, ਫਿਰ ਜੀਵਨ ਬਦਲ ਜਾਂਦਾ ਹੈ। ਬਿਨਾਂ ਸੁਣਨ ਤੋਂ ਜੀਵਨ ਨਹੀਂ ਬਦਲਦਾ। ਜਿੰਨੇ ਮਰਜ਼ੀ ਪਾਠ ਕਰਾਵੋ, ਪਾਠ ਚੱਲਦੇ ਰਹਿੰਦੇ ਨੇ, ਉਹਨਾਂ 'ਚ ਗਿਆਨ ਆਉਂਦਾ ਹੈ, ਲੰਘ ਜਾਂਦਾ ਹੈ, ਪਰ ਸੁਣਦਾ ਕੋਈ ਨਹੀਂ। ਜਿੰਨਾ ਚਿਰ ਕੋਈ ਸੁਣਦਾ ਨਹੀਂ, ਤਾਂ ਹੀ ਤਾਂ ਗੁਰਦੇਵ ਕਹਿੰਦੇ ਮਾਇਆ ਧਾਰੀ ਅਤ ਅੰਨਾ ਬੋਲਾ। ਜੇ ਬੋਲਾ ਨਾ ਹੋਏ ਤੇ ਅੰਨੇ ਨੂੰ ਰਾਹ ਥੋੜ੍ਹਾ ਬੜਾ ਆਵਾਜ਼ ਮਾਰ ਕੇ ਦੇ ਸਕਦੇ ਹਾਂ, ਵੀ ਸੱਜੇ ਹੋ ਜਾ, ਖੱਬੇ ਹੋ ਜਾ, ਤੇ ਜੇ ਬੋਲਾ ਹੋਵੇ ਨਾਲ। ਇਸ ਕਰਕੇ ਗੁਰਬਾਣੀ ਨੂੰ ਸਮਝਣ ਵਾਸਤੇ ਮੈਂ ਕਹਿੰਦਾ ਵੀ ਪਾਠ ਜ਼ਿਆਦਾ ਨਹੀਂ ਕਰਨੇ ਚਾਹੀਦੇ, ਰੋਜ਼ 5-4 ਸ਼ਬਦ ਵਿਚਾਰਨੇ ਚਾਹੀਦੇ ਨੇ। ਤੇ ਵਿਚਾਰਨੇ ਪਹਿਲ ਜਿਹੜੀ ਉਹ ਪ੍ਰੋਫੈਸਰ ਸਾਹਿਬ ਸਿੰਘ ਨੂੰ ਦੇਣੀ ਚਾਹੀਦੀ ਹੈ। ਇੱਕ ਗੁਰੂ ਨਾਨਕ ਨੇ ਕਿਰਪਾ ਕੀਤੀ, ਇਹ ਨੱਥੂ ਰਾਮ ਸੀ ਦਾ ਨਾਂ। ਇਹ ਵਿਚਾਰਾ ਗਰੀਬ ਇੱਕ ਖੱਤਰੀ ਪੰਸਾਰੀ ਦੇ ਘਰ ਜੰਮਿਆ, ਦੁਕਾਨਦਾਰੀ ਛੋਟੀ ਜਿਹੀ। ਤੇ ਨੱਥੂ ਰਾਮ ਖਾਲਸਾ ਕਾਲਜ ਪੜ੍ਹਿਆ, ਤੇ ਸਿੱਖੀ ਤੋਂ ਇੰਨਾ ਪ੍ਰਭਾਵਿਤ ਹੋਇਆ, ਤੇ ਅੱਜ ਉਸਨੇ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਜਿਹੜਾ ਲਿਖਿਆ, ਗੁਰਬਾਣੀ ਦਰਪਣ। ਤੇ ਮੈਂ ਮਿਸ਼ਨਰੀ ਕਾਲਜ ਦਾ ਵੀ ਜ਼ਰੂਰ ਧੰਨਵਾਦ ਕਰਨਾ। ਮਿਸ਼ਨਰੀ ਕਾਲਜ ਨੇ ਵੀ ਬੜੀ ਮਿਹਨਤ ਕੀਤੀ ਹੈ, ਫੜ ਕੇ ਗਿਆਨੀਆਂ ਦੀ ਲੈਣ ਲਾ ਦਿੱਤੀ ਹੈ। ਜਿੰਨੇ ਵੀ ਅੱਜ ਗੁਰਦੁਆਰਿਆਂ 'ਚ ਗ੍ਰੰਥੀ ਨੇ ਸਾਰੇ ਮਿਸ਼ਨਰੀ ਕਾਲਜ ਦੇ ਨੇ। ਉਂਝ ਸੰਪਰਦਾਇ ਮਿਸ਼ਨਰੀ ਕਾਲਜ ਵਾਲੇ ਨੂੰ ਗਾਲਾਂ ਕੱਢਦੇ ਨੇ, ਨਾਸਤਕ ਆਖਦੇ ਨੇ। ਨਾਸਤਕ ਤਾਂ ਆਖਦੇ ਨੇ ਉਹ ਸੱਚੀ ਸੁੱਚੀ ਗੱਲ ਲੋਕਾਂ ਦੀ ਝੋਲੀ 'ਚ ਪਾਉਂਦੇ ਨੇ। ਉਹ ਕਲਪਤ ਕਹਾਣੀਆਂ, ਕਰਾਮਾਤੀ ਕਹਾਣੀਆਂ ਘੱਟ ਸੁਣਾਉਂਦੇ ਨੇ। ਜਿਵੇਂ ਅਸੀਂ ਕਰਾਮਾਤੀ ਕਹਾਣੀਆਂ ਨਾਲ ਜੋੜਨੇ, ਹਾਂ ਸਧਾਰਨ ਬੰਦਾ ਜਿਹੜਾ ਨਾ ਉਹ ਪ੍ਰਭਾਵਿਤ ਹੁੰਦਾ ਕਰਾਮਾਤੀ ਗੱਲਾਂ ਸੁਣ ਕੇ, ਕਹਾਣੀਆਂ ਸੁਣ ਕੇ। ਮੈਂ ਵੀ ਜਦੋਂ ਕਹਾਣੀਆਂ ਛੱਡ ਕੇ ਗੁਰਬਾਣੀ ਦੀ ਗੂੜ੍ਹ ਵਿਚਾਰ ਸੁਣਾਉਣ ਲੱਗ ਜਾਂਦਾ, ਤੇ ਕਈ ਲੋਕ ਉਸ ਵਕਤ ਉਦਾਸੀਆਂ ਵਾਸੀਆਂ ਲੈਣ ਲੱਗ ਜਾਂਦੇ ਨੇ। ਉਹ ਜੀ ਕਰਦਾ ਉੱਠ ਕੇ ਟੁਰ ਜਾਈਏ। ਇਹ ਇੱਕ ਜਿਹੜਾ ਆਮ ਦਿਹਾਤੀ ਲੋਕ ਹੈ ਨਾ, ਉਹ ਸੋਚਦੇ ਨੇ ਕੋਈ ਵੀ ਕਥਾ ਵਾਚ ਕੇ ਉਹ ਕਹਾਣੀ ਮੁੱਢ ਅੰਤ ਤੋਂ ਲੈ ਕੇ ਮੁੱਢ ਤੀਕਰ ਅਖੀਰ ਤੀਕਰ ਸੁਣਾਏ, ਇੱਚੀ ਬੀਚੀ ਸੁਣਾ ਦੇ। ਗੁਰਬਾਣੀ ਤੇ ਪ੍ਰਮਾਣ ਨੇ, ਬਿੰਬ ਵਰਤੇ ਨੇ, ਅਜਾ ਮਲ ਦਾ, ਧਰੂ ਦਾ, ਪ੍ਰਲਾਦ ਦਾ, ਗਣਕਾ ਦਾ। ਅੱਜ ਤਾਂ ਗਣਕਾ ਦਾ ਸਾਰਾ ਜੀਵਨ, ਉਹਦੇ ਅੰਗ, ਉਹਦੀ ਸੁੰਦਰਤਾ, ਉਹਦੀ ਟੋਰ, ਉਹਦੇ ਮਟੱਕੇ ਮਾਰਨੇ ਸੁਣਾਉਣ ਲੱਗ ਜਾਂਦੇ ਆ। ਉਹ ਕਿੱਥੇ ਜਨਮੀ, ਕਿਵੇਂ ਹੋਈ, ਕਿਸ ਤਰ੍ਹਾਂ ਹੋਇਆ, ਕਿਵੇਂ ਉਹਦੇ ਕੋਲ ਅਯਾਸ਼ੀ ਕਰਨ ਲੋਕ ਆਉਂਦੇ ਨੇ। ਨਹੀਂ, ਉਹ ਇੱਕ ਪ੍ਰਮਾਣ ਸੀ ਵੀ ਇੰਨਾ ਜਿਹੜਾ ਸੀ ਕੁਰੇ ਪਿਆ ਵੀ ਜੀਵ ਗਣਕਾ ਉਧਰ ਗਈ। ਅਜਾ ਮਲ ਇੱਕ ਭਟਕਿਆ ਹੋਇਆ, ਜਦੋਂ ਉਹ ਗੁਰੂ ਦੀ ਸ਼ਰਨ ਆਇਆ ਉਹ ਵੀ ਉਧਰ ਗਿਆ। ਇੱਕ ਪ੍ਰਮਾਣ ਹੁੰਦਾ ਹੈ। ਪ੍ਰਮਾਣ ਸਿਰਫ ਪ੍ਰਮਾਣ ਹੁੰਦਾ, ਦਲੀਲ ਹੁੰਦੀ ਹੈ। ਦਲੀਲਾਂ ਦੀ ਤੇ ਪ੍ਰਮਾਣਾਂ ਦੀ ਵਿਆਖਿਆ ਨਹੀਂ ਹੁੰਦੀ। ਅਸੀਂ ਤਾਂ ਪ੍ਰਮਾਣਾਂ ਦੀ ਵਿਆਖਿਆ ਕਰੀ ਜਾਂਦੇ, ਦਲੀਲਾਂ ਦੀ ਉਹ ਵੀ ਘੰਟਾ ਵਿਆਖਿਆ ਕਰਦੇ ਹਾਂ, ਉਹ ਵੀ ਕਲਪਤ ਕਹਾਣੀਆਂ। ਗੁਰੂ ਸਾਹਿਬ ਜੀ ਨੇ ਜੋ ਲੋਕਾਂ 'ਚ ਪ੍ਰਚਲਿਤ ਸੀ ਨਾ ਬਹੁਤ ਜ਼ਿਆਦਾ ਹਿੰਦੂਵਾਦ, ਉਹ ਕਹਾਣੀਆਂ ਪੁਰਾਣਾਂ ਦੀਆਂ, ਕਿਉਂਕਿ ਲੋਕ ਉਹਨਾਂ ਦੀ ਰਾਹੀਂ ਛੇਤੀ ਸਮਝਦੇ ਸੀ। ਤੇ ਮਹਾਰਾਜ ਕਿਹਾ ਵੀ ਜੋ ਤੁਸੀਂ ਕਹਾਣੀ ਸੁਣੀ ਹੈ ਤੇ ਫਿਰ ਉਹਨੂੰ ਸਮਝੋ ਵੀ ਨਾ, ਉਹਨੂੰ ਮੰਨਣਾ ਕਰੋ। ਇਸ ਕਰਕੇ ਵਿਆਕਰਨ ਬਹੁਤ ਜ਼ਰੂਰੀ ਹੈ। ਜਿਤਨਾ ਵੀ ਮਿਸ਼ਨਰੀ ਕਾਲਜ ਹੈ ਬੜੀ ਮਿਹਨਤ ਕੀਤੀ ਹੈ, ਤੇ 80 ਤੋਂ ਲੈ ਕੇ ਮੈਂ 2 ਵਾਰੀ ਮਿਸ਼ਨਰੀ ਕਾਲਜ ਦੇ ਕੋਰਸ ਵੀ ਕੀਤੇ, ਤੇ ਮੈਂ ਸਿੱਖ ਵਿਦਵਾਨਾਂ, ਮਿਸ਼ਨਰੀ ਕਾਲਜ ਦੇ ਜਿਹੜੇ ਵਿਦਵਾਨ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਸੁਣਿਆ, ਤੇ ਮੈਂ ਟਕਸਾਲ ਵੀ ਪੜ੍ਹਿਆ। ਹੁਣ ਵੇਖੋ ਟਕਸਾਲ ਜਿਹੜੀ ਹੈ ਉਹਨਾਂ ਨੇ ਬੜਾ ਕੁਝ ਦਿੱਤਾ। ਉਹਨਾਂ ਦੇ ਇੱਕ ਗ੍ਰੰਥ ਹੈ ਗੁਰਬਾਣੀ ਪਾਠ ਦਰਪਣ ਪਿੰਡ ਦਰਸ਼ਨ, ਮੈਂ ਚੰਗੀ ਤਰ੍ਹਾਂ ਵੇਖੀ ਪੜ੍ਹੀ ਵੀ ਹੈ। ਉਹਦੇ 'ਚ ਜਿਹੜਾ ਉਹਨਾਂ ਨੇ ਬਾਬਾ ਗੁਰਬਚਨ ਸਿੰਘ ਖਾਲਸਾ ਨੇ ਜਿਹੜੇ ਅਰਥ ਕੀਤੇ ਨੇ, ਉਹਨੇ ਆਖਿਆ ਇੱਥੇ ਬਿੰਦਾ ਲੱਗਦਾ ਲਾਓ, ਇਹ ਨਹੀਂ ਲਾਉਂਦੇ ਬਿੰਦਾ। ਜਿਹੜਾ ਅਰਬੀ ਸ਼ਬਦ ਹੈ ਸ਼ਾਹ, ਉਹਨੂੰ ਸ਼ਾਹ ਹੋ ਆਖਦੇ ਨੇ। ਸ਼ਾਹ ਹੋ ਸ਼ਬਦ ਨਹੀਂ, ਸ਼ਾਹ ਸ਼ਬਦ ਹੈ, ਇੱਕ ਬਚਨ ਹੈ। ਜਿਵੇਂ ਮੀਂਹ ਸ਼ਬਦ ਹੁੰਦਾ, ਮੀਂਹ ਹੋ, ਉਹ ਤਾਂ 2 ਔਂਕੜ ਲਾ ਕੇ ਉਚਾਰਨ ਕਰਦੇ ਨੇ ਮੀਂਹ। ਜਿਵੇਂ ਲੈ ਪਹਾੜ ਕਰੇ ਵਿਆਹ, ਵਿਆਹ ਸ਼ਬਦ ਹੈ ਨਾ, ਵਿਆਹ ਹੋ ਤੇ ਨਹੀਂ ਨਾ, ਇੱਕ ਬਚਨ ਹੈ। ਲੈ ਪਹਾੜ ਕਰੇ ਵਿਆਹ, ਕੱਢ ਕਾਗਲ ਦੱਸੇ ਰਾਹ, ਰਾਹ ਹੋ। ਕਦੀ ਕਿਸੇ ਨੇ ਰਾਹੋ ਸ਼ਬਦ ਵਿਚਾਰਿਆ? ਆਹ ਰਾਹੋ ਕਿੱਧਰ ਜਾਂਦਾ ਹੈ, ਆਹ ਵਿਆਹ ਕਿਹਦਾ ਹੈ? ਇਹ ਸ਼ਬਦ ਇੱਕ ਬਚਨ ਸਨ। ਪਰ ਉੱਥੇ ਉਹ ਖਾਲਸਾ ਕਹਿੰਦੇ ਨੇ ਭਈ ਤੁਸੀਂ ਜਿੱਥੇ ਲੋੜ ਪਵੇ ਬਿੰਦਾ ਲਾ ਕੇ ਪਾਠ ਕਰੋ,
ਹਾਹਾ ਜਿਹੜਾ ਵਰਤੋ ਇੱਥੇ, ਜਿਵੇਂ ਤੀਰਥ ਨਹਾਵਾਂ ਜੇ ਜਾਂ ਤਿਸ ਭਾਵਾਂ, ਉੱਥੇ ਉਹਨਾਂ ਲਿਖਿਆ ਵੀ ਨਹਾਵਾਂ ਸ਼ਬਦ ਬੋਲੋ, ਪੈਰ ਦੇ ਵਿੱਚ ਹਾਹਾ ਬੋਲੋ, ਨਾਵਾ ਨਹੀਂ। ਤੀਰਥ ਨਹਾਵਾਂ ਜਾਂ ਤਿਸ ਭਾਵਾਂ। ਮੈਂ ਬੜੂ ਸਾਹਿਬ ਪੜ੍ਹਾਉਂਦਾ ਸੀ ਅਤੇ ਉੱਥੇ ਕਾਕਾ ਜੀ ਨੇ ਮੁੱਖ ਉਹਨਾਂ ਦੇ ਸੇਵਾਦਾਰ, ਅਤੇ ਨਿਰਵੈਰ ਸਿੰਘ ਉਹਨਾਂ ਦਾ ਬੱਚਾ ਜਿਹੜਾ ਕੰਮ ਅੱਗੇ ਕਰਦਾ ਸੀ, ਬਹੁਤ ਸਿਆਣਾ ਸੀ ਉਹ। ਅਤੇ ਜਦੋਂ ਮੈਂ ਪੜ੍ਹਾਉਂਦਾ ਸੀ ਬੱਚਿਆਂ ਨੂੰ, ਮੈਨੂੰ ਤਨਖਾਹ ਵੀ ਉਹਨਾਂ ਨੇ ਬੜੀ ਦਿੱਤੀ ਵੈਸੇ, ਪਰ ਮੈਂ ਜਦੋਂ ਪੜ੍ਹਾਉਂਦਾ ਸੀ ਉਹ ਇੱਕ ਦੋ ਉੱਤੇ ਨਾ ਛੱਡੇ ਹੁੰਦੇ ਸੀ ਉਹਨਾਂ ਨੇ ਚੁਗਲ, ਵੀ ਇਹ ਕਿਵੇਂ ਪੜ੍ਹਾਉਂਦਾ ਕਿਸ ਤਰ੍ਹਾਂ। ਜਦੋਂ ਮੈਂ ਬਿੰਦਾ ਲਾ ਕੇ ਉਚਾਰਨ ਕਰਾਉਂਦਾ ਸੀ, ਨਾਸਕੀ ਸ਼ਬਦ ਬਿੰਦੇ ਨਾਲ, ਨਾਸਕੀ, ਜਿਵੇਂ ਕਰੂੰ ਬੇਨਤੀ, ਕਰੋ ਨਹੀਂ, ਕਰੋ ਤਾਂ ਕਿਸੇ ਨਾਲ ਤੁਸੀਂ ਬੇਨਤੀ ਕਰੋ। ਮਹਾਰਾਜ ਕਹਿੰਦੇ ਮੈਂ ਬੇਨਤੀ ਕਰਦਾ ਵਾਂ, ਕਰੂੰ ਬੇਨਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਸਿਮਰੋ ਮੈਂ ਸਿਮਰਦਾ ਹਾਂ, ਸਿਮਰ ਸਿਮਰ ਸੁਖ ਪਾਵੋ ਮੈਂ ਪਾਉਂਦਾ ਹਾਂ। ਇਹਨੂੰ ਕਹਿੰਦੇ ਨਾਸਕੀ। ਅਤੇ ਉਹ ਕਾਕਾ ਜੀ ਕਹਿਣ ਲੱਗੇ ਤੁਸੀਂ ਬਿੰਦਾ ਲਾ ਕੇ ਨਾ ਪੜ੍ਹਾਇਆ ਕਰੋ, ਤੁਸੀਂ ਬਿੰਦਾ ਲਾ ਕੇ ਪੜ੍ਹਾਉਂਦੇ ਹੋ। ਮੈਂ ਆਖਿਆ ਜੀ ਜਿਹੜੀਆਂ ਬੱਚੀਆਂ ਕੀਰਤਨ ਕਰਦੇ ਨੇ ਬੜੂ ਸਾਹਿਬ ਸਵੇਰੇ, ਉਹ ਵੀ ਬਿੰਦਾ ਲਾਉਂਦੀਆਂ ਨੇ। ਉਹ ਕਹਿਣ ਲੱਗੇ ਕਿੱਥੇ? ਮੈਂ ਆਮ ਲਾਉਂਦੀਆਂ ਨੇ। ਰਾਗ ਰਤਨ ਪਰਿਵਾਰ ਪਰੀਆਂ, ਪਰੀਆਂ ਬਹੁਤ ਬਚਨ ਨੇ, ਪਰੀਆ ਨਹੀਂ ਪਰੀਆਂ। ਕਹਿੰਦਾ ਹਾਂ ਉਹ ਤੇ ਠੀਕ ਹੈ। ਮੈਂ ਕਿਹਾ ਵੇਖੋ ਇੱਕ ਮੈਂ ਸ਼ਬਦ ਉਚਾਰਨ ਕਰਦਾ, ਤੁਸੀਂ ਦੱਸੋ ਇਹਦਾ ਕਿਵੇਂ ਉਚਾਰਨ ਕਰੀਏ। ਪਾਂਡੇ ਤੁਮਰੀ ਗਾਇਤਰੀ, ਲੋਦੇ ਕਾ ਖੇਤ ਖਾਤੀ ਥੀ, ਲੇਕਰ ਠੇਂਗਾ, ਠੇਂਗਾ ਉਹਦਾ ਡੰਡਾ, ਠੇਗਾ, ਠੇਗਾ ਉਹਦਾ ਡਿੱਗਣਾ, ਹੋ ਗਿਆ ਦਿਨ ਰਾਤ ਦਾ। ਲੇਕਰ ਠੇਂਗਾ, ਟੰਗਰੀ, ਟੰਗਰੀ ਉੱਥੇ ਲਿਖਿਆ ਟਗਰੀ, ਜੇ ਬਿੰਦਾ ਨਾ ਲਾਈਏ ਕਿਉਂਕਿ ਲੱਗਾ ਨਹੀਂ ਬਿੰਦਾ, ਉੱਥੇ ਬਣੇਗਾ ਟਗਰੀ ਤੋਰੀ। ਟਗਰੀ ਕੀ ਹੁੰਦਾ? ਕੁਝ ਵੀ ਨਹੀਂ। ਟੰਗਰੀ ਟੰਗ, ਉਹਦੀ ਟੰਗ ਤੋੜ ਦਿੱਤੀ ਲੋਦੇ ਜੱਟ ਨੇ, ਉਹ ਗਾਇਤਰੀ ਦੀ। ਇਹ ਵੱਖਰੀ ਵਿਆਖਿਆ ਹੈ। ਲੇਕਰ ਠੇਂਗਾ, ਟੰਗਰੀ ਤੋਰੀ, ਲਾਂਗਤ, ਲਾਂਗਤ ਉੱਥੇ ਬਿੰਦਾ ਤੇ ਲੱਗਾ ਨਹੀਂ, ਅਤੇ ਉਸ ਤਰ੍ਹਾਂ ਉਚਾਰਨ ਕਰੇ ਤੋਂ ਬਣਦਾ ਲਾਗਤ, ਲਾਗਤ। ਲਾਗਤ ਹੁੰਦਾ ਕਿਸੇ ਨਾਲ ਲੱਗਣਾ, ਕੀ ਚੀਜ਼ ਕਿਸੇ ਨਾਲ ਚਮੋੜ ਦੇਣੀ। ਲਾਂਗਤ ਹੁੰਦਾ ਲੰਗੜੀ। ਇਸ ਤਰ੍ਹਾਂ ਪਾਠ ਹੋਵੇਗਾ ਨਾ। ਮੈਂ ਬਾਬਾ ਜੀ ਆਹ ਜਿਹੜੇ 3 ਸ਼ਬਦ ਨੇ ਇਹ ਕਿਵੇਂ ਉਚਾਰਨ ਕਰੀਏ? ਦੇਕਰ ਠੇਂਗਾ, ਟੰਗਰੀ ਤੋਰੀ, ਲਾਂਗਤ, ਲਾਂਗਤ ਜਾਤੀ ਥੀ। ਕਹਿਣ ਲੱਗਾ ਇਹ ਤਾਂ ਠੀਕ, ਪਰ ਅਸੀਂ ਤਾਂ ਟਕਸਾਲ ਦੇ ਪਾਠ ਨੂੰ ਮੰਨਦੇ ਹਾਂ। ਟਕਸਾਲ ਖੁਦ ਕਹਿੰਦੀ ਹੈ, ਵੇਖੋ ਮੈਂ ਕਹਿੰਦਾ ਟਕਸਾਲ ਵਾਲੇ ਐਡੀ ਮਿਹਨਤ ਕਰਕੇ ਉਹ ਗ੍ਰੰਥ ਲਿਖਿਆ, ਉਹਨੂੰ ਪੜ੍ਹਦੇ ਨਹੀਂ। ਜਿਵੇਂ ਸਵੇਰੇ ਦਰਬਾਰ ਸਾਹਿਬ ਤੋਂ ਹੁਕਮਨਾਮਾ ਆਉਂਦਾ ਹੈ, ਉਦੋਂ ਵੀ ਉਚਾਰਨ ਇਸ ਤਰ੍ਹਾਂ ਸਿੱਖ ਕਰਦੇ ਨੇ। ਉਹ ਟਕਸਾਲੀ ਨੇ। ਉਹ ਤਾਂ ਜਿਵੇਂ ਨਾ ਲੀਕ ਵੱਜ ਗਈ ਅਤੇ ਉਸ ਲੀਕ ਦੇ ਫਕੀਰ ਬਣ ਗਿਆ ਜਿਵੇਂ। ਅਤੇ ਮੇਰੀ ਇਹ ਭਾਵ ਹੈ ਵੀ ਬਾਣੀ ਨੂੰ ਇੱਕ ਦੋ ਹੈਂਡ ਸਿੱਖ ਉੱਥੇ ਵੀ ਨਵੀਨ ਢੰਗ ਨਾਲ ਪੜ੍ਹਦੇ ਨੇ। ਇੱਕ ਸ਼ਾਇਦ ਪਿਛਲੇ ਦਿਨ ਇੱਕ ਗੱਲ ਸੁਣੀ ਸੀਗੀ, ਭਾਈ ਵਡਾਲਾ ਜੀ ਸੀ ਆਪਣੇ ਗੁਰੂ ਘਰ ਦਰਬਾਰ ਸਾਹਿਬ ਦੇ ਕੀਰਤਨੀਏ। ਹਾਂਜੀ ਹਾਂਜੀ ਹਾਂਜੀ। ਉਹਨਾਂ ਨੇ ਇੱਕ ਵਾਰ ਸ਼ਾਇਦ ਕੀਰਤਨ ਕਰਦੇ ਕਿਹਾ ਸੀ ਕੁੱਤਾ ਰਾਜ ਬਹਾਲੀਏ। ਹਾਂਜੀ ਹਾਂਜੀ। ਇਹਦਾ ਕੀ ਸ਼ਬਦ, ਕੀ ਅਰਥ ਸੀਗੇ? ਵੀ ਉਹਨਾਂ ਨੇ ਗੁਰਬਾਣੀ ਤੋਂ ਬਾਹਰੋਂ ਕਰਿਆ ਸੀ ਜਾਂ ਗੁਰਬਾਣੀ 'ਚ ਹੁੰਦਾ? ਨਹੀਂ, ਉਹ ਭਾਈ ਗੁਰਦਾਸ ਦੀ ਵਾਰ 'ਚੋਂ ਹੈ, ਅਤੇ ਗੁਰਬਾਣੀ 'ਚ ਵੀ ਐਵੇਂ ਦੇ ਪ੍ਰਮਾਣ ਮਿਲਦੇ ਨੇ ਜੀ। ਕੁੱਤੇ ਦੇ ਬਾਰੇ, ਜੇ ਕੁੱਤੇ ਨੂੰ ਜੇ ਚੰਦਨ ਲਾਈਏ ਅਤੇ ਖੋਤੇ ਨੂੰ ਜੇ ਚੰਦਨ, ਉਸ ਤੋਂ ਬਾਅਦ ਦਰਬਾਰ ਸਾਹਿਬ ਤੋਂ ਕੱਢ ਵੀ ਦਿੱਤਾ। ਨਹੀਂ, ਉਹਨਾਂ ਨੇ ਜਦੋਂ ਆਇਆ ਨਾ, ਉਹ ਕੋਈ ਪ੍ਰਧਾਨ ਮੰਤਰੀ ਆਇਆ ਸੀ ਮੈਨੂੰ ਲੱਗਦਾ, ਅਤੇ ਉਹ ਉਸ ਟਾਈਮ ਕੀਰਤਨ ਕਰ ਰਹੇ ਸੀ, ਅਤੇ ਉਹਨਾਂ ਇਹ ਸ਼ਬਦ ਅੱਗੇ ਰੱਖ ਦਿੱਤਾ। ਇਹ ਉਦੋਂ ਵੀ ਪੜ੍ਹਿਆ ਗਿਆ ਜਦੋਂ ਇੰਦਰਾ ਜੀ ਆਏ ਸੀ ਨਾ ਦਰਬਾਰ 'ਚ, ਉਦੋਂ ਵੀ ਸ਼ਬਦ ਰਾਗੀਆਂ ਨੇ ਪੜ੍ਹਿਆ ਸੀ। ਅਤੇ ਬਾਦਲ ਸਾਹਿਬ ਨੂੰ ਬੜਾ ਗੁੱਸਾ ਲੱਗਾ ਵੀ ਤੁਸੀਂ ਇਹਨਾਂ ਨੂੰ ਸੁਣਾ ਕੇ ਇਹ ਸ਼ਬਦ ਨਹੀਂ ਸੀ ਪੜ੍ਹਨਾ, ਇਹ ਕਿਉਂ ਪੜ੍ਹਿਆ ਹੈ? ਅਤੇ ਨਾਰਾਜ਼ਗੀ ਇੰਨੀ ਵੀ ਉਹਦੀ ਛੁੱਟੀ ਕਰ ਦਿੱਤੀ ਗਈ। ਵੇਖੋ ਗੁਰਬਾਣੀ ਹੈ ਨਾ। ਅਤੇ ਜੇ ਬਾਬਾ ਨਾਨਕ ਬਾਬਰ ਨੂੰ ਜਾਬਰ, ਅਤੇ ਬਾਬਰ ਨੂੰ ਜਾਬਰ ਨਹੀਂ ਰੱਖਿਆ, ਇੱਥੋਂ ਦੇ ਸ਼ਾਹਾਂ ਨੂੰ, ਪਠਾਣਾਂ ਨੂੰ ਵੀ ਮਹਾਰਾਜ ਲਾਹਨਤਾਂ ਪਾਈਆਂ ਸੀ। ਇੱਥੇ ਪਹਿਲਾਂ ਰਾਜ ਕਰਦੇ ਸੀ ਪਠਾਨ, ਉਹਨਾਂ ਨੂੰ ਸ਼ਾਹ ਆਖਦੇ ਨੇ। ਮੁਗਲ ਆਖਦੇ ਸੀ ਜਿਹੜੇ ਬਾਬਰ ਕੇ ਮੁਗਲ ਸੀ। ਮੁਗਲ ਪਠਾਣਾ ਭਈ ਲੜਾਈ। ਮਹਾਰਾਜ ਨੇ ਉਹਨਾਂ ਨੂੰ, ਪਠਾਨਾਂ ਨੂੰ ਪਤਾ ਕੀ ਆਖਿਆ? ਸ਼ਾਹਾਂ ਸੁਰਤ ਗਵਾਈਆਂ, ਰੰਗ ਤਮਾਸ਼ੇ ਚਾਏ। ਮਹਾਰਾਜ ਕਹਿ ਲੱਗੇ ਸ਼ਾਹੋ, ਤੁਸੀਂ ਵੀ ਨਾਚ ਗਾਣੇ ਅਤੇ ਸ਼ਰਾਬ ਵੀ ਪੀਂਦੇ ਰਹੇ ਹੋ, ਤੁਸੀਂ ਵੀ ਆਪਣਾ ਧਰਮ ਨਹੀਂ ਪਛਾਣਿਆ। 18,000 ਬੰਦਾ ਲੈ ਕੇ ਬਾਬਰ ਆਇਆ, ਤੁਹਾਡੇ ਕੋਲ 1,40,000 ਸੈਨਾ ਹੈ, ਤੁਸੀਂ ਉਹਦਾ ਮੁਕਾਬਲਾ ਨਹੀਂ ਕਰਦੇ ਕਿਉਂਕਿ ਤੁਸੀਂ ਰੰਗ ਰਲੀਆਂ 'ਚ ਮਸਤ ਸੀ ਨਾ। ਸ਼ਾਹਾਂ ਸੁਰਤ ਗਵਾਈਆਂ। ਮਹਾਰਾਜ ਕਹਿਣ ਲੱਗੇ ਇੱਕ ਪ੍ਰਮਾਣ ਦਿੱਤਾ ਮਹਾਰਾਜ ਨੇ। ਮਹਾਰਾਜ ਕਹਿੰਦੇ ਸਕਤਾ ਸੀ ਮਾਰੇ ਪੈ ਵੱਗੇ, ਤਗੜਾ ਸ਼ੇਰ ਸੀ ਆਦਮ ਖੋਰਾ। ਸਕਤਾ ਸੀ ਮਾਰੇ ਪੈ ਵੱਗੇ, ਖਸਮੇ ਸਾ ਪਰਸਾਈ। ਪਰਸਾਈ ਦਾ ਪ੍ਰਸਾਰਥ, ਖਸਮ ਦਾ ਫਰਜ਼ ਨਹੀਂ ਬਣਦਾ ਆਪਣੀਆਂ ਗਾਈਂ ਦੀ ਰੱਖਿਆ ਕਰੇ, ਆਪਣੇ ਵਗ ਦੀ ਰੱਖਿਆ ਕਰੇ। ਬਾਬਰ ਆਇਆ, ਤਹਿਸ ਨਹਿਸ ਕਰ ਗਿਆ, ਘਰ ਉਜਾੜ ਗਿਆ, ਸਾੜ ਗਿਆ, ਅਤੇ ਤੁਸੀਂ ਉਹਦਾ ਸਾਹਮਣਾ ਵੀ ਨਹੀਂ ਕੀਤਾ। ਜੇ ਮਹਾਰਾਜ ਬਾਬਰ ਨੂੰ ਜਾਬਰ ਕਹਿ ਸਕਦੇ ਨੇ, ਅਤੇ ਰਾਗੀ ਸਿੰਘ ਨੇ ਜੇ ਸ਼ਬਦ ਪੜ੍ਹਿਆ ਸੀ ਕਿਹੜਾ ਪਾਪ ਕੀਤਾ ਸੀ? ਸਗੋਂ ਉਹਦਾ ਸਨਮਾਨ ਕਰਨਾ ਸੀ ਨਾ, ਇੰਨੀ ਜ਼ਰੂਰਤ। ਇੱਕ ਸਿੱਖ ਹੋਰ ਸੀ, ਉਹਨੇ ਗਲ 'ਚ ਪਰਨਾ ਸਿਰੋਂ ਪੋ ਨਹੀਂ ਸੀ ਪਾਇਆ, ਅਤੇ ਉਹਨੂੰ ਵੀ ਕੱਢ ਦਿੱਤਾ। ਵਿਚਾਰਾ ਸਾਈਕਲ 'ਤੇ ਜਾਂਦਾ ਆਉਂਦਾ ਸੀ, ਐਸੀ ਅਰਦਾਸੀ ਆ, ਅਤੇ ਉਹਨੂੰ ਵੀ ਬੜਾ ਮੰਦਾ ਹਾਲ ਕੀਤਾ ਸੀ ਇਹਨਾਂ ਨੇ। ਉੱਥੇ ਸੱਚ ਜਿਹੜਾ ਨਾ ਉਚਾਰਨ, ਕਥਾਵਾਚਕ ਜਿੰਨੇ ਜਾਂਦੇ ਨੇ, ਮੈਂ ਵੀ ਇੱਕ ਵਾਰ ਮੈਨੂੰ ਕਹਿ ਲੱਗਾ ਤੁਸੀਂ ਵੀ ਆ ਜਾਓ। ਉੱਥੇ ਪਹਿਲਾਂ ਕਹਿੰਦੇ ਨੇ ਵੀ ਆਹ ਗੱਲਾਂ ਨਹੀਂ ਬੋਲਣੀਆਂ, ਆਹ ਬੋਲਣੀਆਂ ਨੇ। ਭਈ ਗੁਰਮਤਿ ਦੇ ਵਿੱਚ ਤੁਸੀਂ ਹੋਰ ਗੱਲ ਨਹੀਂ ਬੋਲਣੀ। ਗੁਰਮਤਿ ਦੀ ਵਿਆਖਿਆ ਜਿਹੜੀ ਨਾ ਨਿਖਾਰ ਕੇ ਨਹੀਂ ਕਰਨੀ, ਉਹਨੂੰ ਲੱਗ ਲਬੇੜ ਕਰਕੇ
ਸਨਾਤਨੀ ਮਤ ਦੇ ਅਨੁਸਾਰ ਕਰਨੀ ਹੈ। ਕਿਤੇ ਵੀ ਹੈ, ਚਾਹੇ ਧਰਮ ਨੂੰ ਲੈ ਲਓ, ਚਾਹੇ ਕਿਤੇ ਲਿਖਣ ਤੇ ਲਿਖਾਰੀ ਤੇ ਲਾ ਲਓ, ਚਾਹੇ ਕਿਸੇ ਗਾਇਕੀ ਤੇ ਲਾ ਲਓ, ਚਾਹੇ ਪ੍ਰੈਸ ਤੇ ਲਾ ਲਓ, ਹਾਂਜੀ ਹਾਂਜੀ ਵੀ ਜਿਹੜਾ ਵੀ ਕੋਈ ਸੱਚ ਦੀ ਆਵਾਜ਼ ਕਰਦਾ ਹੈ ਹਾਂਜੀ ਹਾਂਜੀ ਉਹਨੂੰ ਤਾਂ ਬਰਖਾਸਤ ਕਿਉਂ ਕੀਤਾ ਜਾਂਦਾ? ਬਰਖਾਸਤ ਨਹੀਂ ਕੀਤਾ ਜਾਂਦਾ, ਉਹਨੂੰ ਪੀੜਿਆ ਵੀ ਜਾਂਦਾ ਹੈ। ਜਿਵੇਂ ਤੈਨੂੰ ਪਿੱਛੇ ਜੀ ਇਹਨਾਂ ਨੇ ਬੜਾ ਗਲਤ ਤੇਰਾ ਪ੍ਰਚਾਰ ਵੀ ਕੀਤਾ, ਇਹ ਸੱਚ ਦੀ ਗੱਲ ਸੀ ਨਾ। ਜਿਹੜੇ ਮਾਇਆਧਾਰੀ ਲੋਕ ਨੇ ਨਾ, ਇਹ ਬਰਦਾਸ਼ਤ ਨਹੀਂ ਕਰਦੇ। ਗੁਰਦੁਆਰੇ 'ਚ ਕੀ ਵੇਖਦੇ ਤੁਸੀਂ, ਪ੍ਰਧਾਨ ਇੱਕ ਨਾ ਬੜੀ ਕਮਾਲ ਦੀ ਗੱਲ ਆਈ ਥੋੜ੍ਹੇ ਦਿਨ ਹੋਇਆ, ਭਈ ਗ੍ਰੰਥੀ ਕੈਸਾ ਹੋਵੇ, ਗ੍ਰੰਥੀ ਕਿਵੇਂ ਦਾ ਹੋਵੇ। ਇੱਕ ਬੜਾ ਵੱਡਾ ਉੱਥੇ ਇਕੱਠ ਸੀ ਅਤੇ ਉੱਥੇ ਇੱਕ ਵਿਸ਼ਾ ਰੱਖਿਆ ਗਿਆ, ਗ੍ਰੰਥੀ ਕਿਵੇਂ ਦਾ ਹੋਵੇ। ਅਤੇ ਇੱਕ ਸਿੱਖ ਸੀ, ਬੜਾ ਸਿਆਣਾ ਸੀ, ਉਹ ਕਹਿਣ ਲੱਗਾ, ਅਤੇ ਮੈਂ ਕਹਿੰਦਾ ਵਾ ਪ੍ਰਬੰਧਕ ਕਿਵੇਂ ਦੇ ਹੋਣ। ਗ੍ਰੰਥੀ ਤੇ ਕਿਵੇਂ ਦਾ ਹੋਵੇ, ਅਤੇ ਆਪਾਂ ਆਖਦੇ ਆ ਪ੍ਰਬੰਧਕ ਕਿਵੇਂ ਦੇ ਹੋਣ। ਉਹ ਤੁਹਾਡੇ ਵਰਗੇ ਨਹੀਂ ਹੋਣੇ ਚਾਹੀਦੇ ਪ੍ਰਬੰਧਕ। ਪ੍ਰਬੰਧਕ ਕਿ ਗੁਰੂ ਵਰਗੇ ਹੋਣੇ ਚਾਹੀਦੇ ਨੇ, ਗੁਰੂ ਸਾਹਿਬ ਦੇ ਵਰਗੇ ਹੋਣੇ ਚਾਹੀਦੇ ਨੇ। ਸੰਗਤ ਜਿਹੜੀ ਹੈ ਬੜੀ ਉੱਚੀ ਸੁਰਤੀ ਰੱਖਦੀ ਹੈ। ਤੁਸੀਂ ਤਾਂ ਨੌਕਰ ਰੱਖਣਾ, ਇਹਨਾਂ ਨੂੰ ਤਾਂ ਦਬਾ ਕੇ ਰੱਖਣਾ, ਇਹਨਾਂ ਤੁਹਾਡੀ ਚਾਪਲੂਸੀ ਕਰਨੀ ਹੈ। ਇਹ ਤੁਹਾਡੇ ਬੱਚਿਆਂ ਨੂੰ ਆਉਣਗੇ ਜਦੋਂ ਗੁਰਦੁਆਰੇ, ਉਹਨਾਂ ਦੇ ਪੈਰ ਚੁੰਮਣਗੇ, ਉਹਨੂੰ ਬੜਾ ਖਿਡਾਉਣਗੇ, ਛਣਕਣਾ ਦੇਣਗੇ, ਚੁੱਕੀ ਫਿਰਨਗੇ, ਨੱਕ ਪੁੰਝਦੇ ਫਿਰਨਗੇ, ਸਿਰਫ ਤੁਹਾਡੀਆਂ ਖੁਸ਼ੀਆਂ ਲੈਣ ਵਾਸਤੇ। ਗੁਰਬਾਣੀ ਨੂੰ ਕੌਣ ਬਰਦਾਸ਼ਤ ਕਰਦਾ, ਸੱਚ ਨੂੰ ਕੌਣ ਬਰਦਾਸ਼ਤ ਕਰਦਾ। ਸੱਚ ਕਹਿ ਤਾਂ ਛੋਹ ਆਵੇ, ਦੁਰਮਤ ਐਸਾ ਰੋਹਾ। ਸੱਚ ਆਖ ਦਿਓ ਜਿਵੇਂ ਠੂੰਹਾਂ ਵੱਢ ਗਿਆ। ਗੁਰੂ ਸਾਹਿਬ ਕਹਿੰਦੇ ਨੇ ਸਾਖਤ ਬਚਨ ਬਿਛਵਾ ਜੋ ਡੱਸੀਏ। ਜਿਵੇਂ ਬਿੱਛੂ ਡੰਗ ਮਾਰਦਾ ਨਾ, ਐਵੇਂ ਦੇ ਬਚਨ ਸਾਖਤ ਕਰਦਾ, ਅਤੇ ਐਵੇਂ ਦੇ ਬਚਨ ਇਹ ਸਹਾਰਦੇ ਨਹੀਂ ਹਨ। ਸੱਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸੱਚ ਤੇ ਬਰਦਾਸ਼ਤ ਉਹ ਕਰਦਾ ਜਿਹੜਾ ਧਰਮੀ ਹੈ। ਰਾਜਨੀਤਿਕ ਥੋੜ੍ਹਾ ਸੱਚ ਨੂੰ ਬਰਦਾਸ਼ਤ ਕਰੇਗਾ। ਰਾਜਨੀਤਿਕ ਹਿੰਦੂ ਮਤ ਤੁਸੀਂ ਪੜ੍ਹੋ, ਜਦੋਂ ਰਾਜਨੀਤਿਕ ਦੀ ਗੱਲ ਆਈ, ਸੱਕੇ ਪਿਓ ਨੂੰ ਕੈਦ ਕੀਤਾ। ਕ੍ਰਿਸ਼ਨ ਜੀ ਦਾ ਨਾਨਾ ਉਗਰਸੈਨ ਅਤੇ ਉਹਦਾ ਮਾਮਾ ਜਿਹੜਾ ਹੈ ਉਹ ਕੰਸ ਸੀ, ਅਤੇ ਕੰਸ ਨੇ ਆਪਣੇ ਬਾਪ ਨੂੰ ਕੈਦ ਕੀਤਾ, ਆਪਣੀ ਭੈਣ ਨੂੰ ਕੈਦ ਕੀਤਾ, ਆਪਣੇ ਭਣੇਵੇਂ ਨੂੰ ਕੈਦ ਕੀਤਾ, ਅਤੇ ਲੰਮਾ ਚਿਰ ਕੈਦ ਰਹੇ। ਜਿਨ੍ਹਾਂ ਸੂਰਬੀਰ ਸਿੱਖਾਂ ਤੋਂ ਇਹਨਾਂ ਨੂੰ ਖਤਰਾ ਹੈ ਨਾ, ਬੋਲ ਜਾਂਦੇ ਨੇ, ਆਖ ਜਾਂਦੇ ਨੇ ਸੱਚ, ਉਹਨਾਂ ਨੂੰ ਇਹ ਕੈਦ ਕਰਨਗੇ। ਇਹ ਨਹੀਂ ਛੱਡ ਸਕਦੇ। ਤੁਸੀਂ ਸਾਰਾ ਇਤਿਹਾਸ ਪੜ੍ਹ ਲਓ ਪਿੱਛੋਂ, ਲੰਮਾ ਚੌੜਾ। ਇਸ ਕਰਕੇ ਜਿਹੜਾ ਸੱਚ ਦਾ ਧਾਰਨੀ ਹੁੰਦਾ ਹੈ, ਉਹ ਸਦਾ ਜੇਲ੍ਹ ਵਿੱਚ ਰਹਿੰਦਾ ਹੈ, ਜੇਲ੍ਹਾਂ ਕੱਟਣੀਆਂ ਪੈਂਦੀਆਂ ਨੇ, ਅਤੇ ਫਿਰ ਤਕਲੀਫਾਂ ਹੋਰ ਕਈ ਤਰ੍ਹਾਂ ਦੇ ਯਤਨ, ਅਤੇ ਫਿਰ ਪ੍ਰਚਾਰ ਉਹਦੇ ਬਾਰੇ ਬੜਾ ਗਲਤ ਕੀਤਾ ਜਾਂਦਾ। ਮੈਂ ਇੱਥੇ ਗੁਰਦੁਆਰਾ ਸੀ ਖਨੌਰੀ, ਗ੍ਰੰਥੀ ਡਿਊਟੀ ਕਰਦਾ ਸੀ, ਅਤੇ ਮੇਰਾ ਟਕਰਾਅ ਹੋ ਜਾਂਦਾ ਸੀ ਕਦੀ ਬਾਬਾ ਇੱਥੇ ਧੂਰੀ ਜੀ ਸਨ, ਅਤੇ ਮੈਂ ਗੱਲ ਤਾਂ ਸਹੀ ਕਰਦਾ ਸੀ, ਉਹ ਕਹਿੰਦੇ ਲਾਲਾ ਕਰਦਾ, ਸੰਤਾਂ ਨੂੰ ਭੰਡਦਾ ਹੈ। ਮੈਂ ਕਦੀ ਸੰਤਾਂ ਨੂੰ ਨਹੀਂ ਭੰਡਿਆ, ਕਿਉਂਕਿ ਮੈਂ ਸੰਤਾਂ ਦਾ ਸੇਵਕ ਰਿਹਾ ਵਾਂ। ਪਰ ਆਲਾ ਦੁਆਲਾ ਸੀ ਵੀ ਐਵੇਂ ਦੀ ਗੱਲ ਕਰੋ, ਐਵੇਂ ਦੀ ਗੱਲ ਕਰੋ। ਅਤੇ ਉਹ ਫਿਰ ਇੱਕ ਦਿਨ ਜਿਹੜਾ ਪ੍ਰਬੰਧਕ ਸੀ ਨਾ ਇੱਥੇ ਕੋਈ, ਉਹ ਮੈਨੂੰ ਕਹਿੰਦਾ ਤੈਨੂੰ ਬਦਨਾਮ ਕਰ ਦਿਆਂਗੇ, ਵੇਖ ਲੈ। ਫਿਰ ਮੈਂ ਕਿਹਾ ਜੀ ਕਿਵੇਂ? ਹੱਸ ਕੇ ਆਂਦਾ, ਆਖਾਂਗੇ ਗੋਲਕ ਚੋਰੀ ਕਰਦਾ ਗੁਰੂ ਘਰ ਦੀ, ਇਹਦਾ ਕਰੈਕਟਰ ਠੀਕ ਨਹੀਂ ਹੈ। ਮੈਂ ਕਿਹਾ ਗੱਲ ਤਾਂ ਤੇਰੀ ਠੀਕ, ਤੂੰ ਕਰ ਸਕਦਾ ਬਦਨਾਮ। ਇਹ ਨਿਰਾ ਤੁਹਾਨੂੰ ਮਾਲੀ ਤੌਰ 'ਤੇ ਵੀ ਨਹੀਂ ਤੁਹਾਨੂੰ ਨੁਕਸਾਨ ਕਰਦੇ, ਇਹ ਤੁਹਾਡਾ ਮੈਸੇਜ ਵੀ ਗਲਤ ਲੋਕਾਂ 'ਚ ਫੈਲਾ ਦਿੰਦੇ ਨੇ। ਜਿਹੜਾ ਸੱਚਾ ਸੁੱਚਾ ਸੱਚ ਦੀ ਗੱਲ ਕਰੇ। ਸਿੱਖ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ ਹੁਣ ਤੁਸੀਂ? ਮੈਂ ਇੱਕੋ ਗੱਲ ਕਹਿੰਦਾ, ਬਾਣੀ ਵਿਚਾਰੋ, ਅਤੇ ਵਿਚਾਰ ਕੇ ਪੜ੍ਹੋ, ਅਰਥ ਸਮੇਤ ਪੜ੍ਹੋ। ਪਾਠ ਭਾਵੇਂ ਘੱਟ ਕਰੋ, ਰੋਜ਼ਾਨਾ 4 ਪੋਥੀਆਂ ਨੇ ਸ਼ਬਦਾਰਥ, ਇਹ ਤੇਜਾ ਸਿੰਘ ਪ੍ਰੋਫੈਸਰ ਦੀਆਂ ਉਚਾਰਨ ਕੀਤੀਆਂ ਨੇ। ਉਹਨਾਂ ਨੇ 1 ਅੰਕ ਮਹਾਰਾਜ 'ਤੇ ਪਾਠ ਦਿੱਤਾ, 1 ਅੰਕ 'ਤੇ ਅਰਥ ਦਿੱਤੇ ਨੇ। ਜਦੋਂ ਪਾਠ ਕਰੋ, ਜਿੱਥੇ ਸਮਝ ਨਾ ਆਵੇ ਉੱਥੇ ਤੁਸੀਂ ਅਰਥ ਵੇਖੋ ਵੀ ਕੀ ਭਾਵ ਹੈ। ਹਾਂ, ਨਿਤਨੇਮ ਕਰਨ ਲੱਗਿਆਂ, ਬਾਣੀ ਪੜ੍ਹਨ ਲੱਗਿਆਂ ਤੁਸੀਂ ਵਿਆਕਰਨ ਨਹੀਂ ਵਿਚਾਰ ਸਕਦੇ, ਰਸ ਟੁੱਟਦਾ। ਜਦੋਂ ਪਾਠ ਕਰਨਾ ਹੈ ਉਦੋਂ ਵਿਆਕਰਨ ਲੈ ਕੇ ਨਹੀਂ ਤੁਸੀਂ ਚੱਲ ਸਕਦੇ। ਜਦੋਂ ਬਾਣੀ ਦੇ ਅਰਥ ਕਰਨੇ ਨੇ ਉਦੋਂ ਵਿਆਕਰਨ ਤੋਂ ਬਿਨਾਂ ਅਰਥ ਨਹੀਂ ਹੋਣੇ। ਜਿੰਨੇ ਵੀ ਅਰਥ ਕਰਦੇ ਨੇ ਗਿਆਨੀ ਕਥਾਵਾਚਕ, ਉਹਨਾਂ ਵਾਸਤੇ ਬਹੁਤ ਜ਼ਰੂਰੀ ਧਿਆਨ ਦੇਣਾ ਚਾਹੀਦਾ ਹੈ। ਜਦੋਂ ਮੈਂ ਕਿਤਾਬ ਦੇ ਆਪਣੇ ਕਈ ਪੇਜ ਘੱਲੇ ਆਪਣੇ ਵਿਦਵਾਨ ਭਰਾਵਾਂ ਕੋਲ, ਅਤੇ ਉਹ ਕਹਿਣ ਲੱਗੇ ਯਾਰ ਕਮਾਲ ਕੀਤੀ ਪਈ ਇਹ ਆਮ ਸਧਾਰਨ ਦੇ ਪੜ੍ਹਨ ਵਾਲੀ ਗੱਲ ਨਹੀਂ, ਇਹ ਤਾਂ ਗਿਆਨੀਆਂ ਦੇ ਵਿਆਕਰਨ ਪੜ੍ਹਨ ਵਾਲੀ ਗੱਲ ਹੈ। ਮੈਂ ਕਿਹਾ ਚਲੋ ਭਾਈ, ਮੈਂ ਮਿਹਨਤ ਕੀਤੀ ਹੈ, ਅਤੇ ਉਹ ਕਿਤਾਬ ਹੋ ਸਕਦਾ 2-4 ਮਹੀਨੇ ਛਪ ਵੀ ਜਾਏ। ਮੈਂ ਵਿਆਕਰਨ ਦੇ ਅਨੁਸਾਰ ਉਹਦੇ ਅਰਥ ਕੀਤੇ ਨੇ, ਗੁਰਬਾਣੀ ਦੇ ਅਰਥ ਕੀਤੇ ਨੇ। ਮੈਂ ਇੱਕੋ ਹੀ ਗੱਲ ਕਹਿੰਦਾ, ਕੌਮ ਬਾਣੀ ਨੂੰ ਵਿਚਾਰੇ। ਜਦੋਂ ਵਿਚਾਰਨਗੇ ਫਿਰ ਇਹ ਨਾ ਪਖੰਡੀਆਂ ਦੇ ਜਾਲ 'ਚ ਫਸਣਗੇ, ਅਤੇ ਨਾ ਹੀ ਇਹ ਭਰਮਾਂ ਕਰਮਾਂ ਵਿੱਚ ਭੜਕਣਗੇ। ਬਸ ਇੰਨੇ ਕਹਿਣਾ ਚਾਹੁੰਦਾ ਮੈਂ। ਤੇਰਾ ਧੰਨਵਾਦ ਸਤਨਾਮ, ਬਹੁਤ ਬਹੁਤ ਧੰਨਵਾਦ। ਤੁਸੀਂ ਇਹ ਸਿੜਿਆ ਪਹੁੰਚਾਉਣਾ ਚਾਹੁੰਦੇ ਹੋ ਗੁਰਬਾਣੀ ਦਾ, ਜਗਤ ਵਿੱਚ ਕੌਮ ਵਿੱਚ ਚੜ੍ਹਦੀ ਕਲਾ ਹੋਵੇ ਤੇਰੀ। ਵਾਹਿਗੁਰੂ ਤੈਨੂੰ ਤੰਦਰੁਸਤੀ ਬਖਸ਼ੇ, ਪਰਿਵਾਰ ਵਿੱਚ ਸੁੱਖ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ,